ਮਲਾਲ ਕਿੰਨਾ ਵੱਡਾ। ਆਈ ਐਮ ਹਾਰਟ ਬ੍ਰੋਕਨ। ਇਦਾਂ ਤੇ ਨਹੀਂ ਕਿ ਇੱਥੋਂ ਜਦੋਂ ਅਸੀਂ ਆਪਣਾ ਸਮਾਨ ਚੱਕਾਂਗੇ ਤਾਂ ਪਿੱਛੋਂ ਸਾਨੂੰ ਖਬਰ ਆਏਗੀ ਕਿ ਦਾਮਨ ਬਾਜਵਾ ਕਿਸੇ ਹੋਰ ਪਾਰਟੀ 'ਚ ਸ਼ਾਮਿਲ। ਉਹ ਚਾਹੁੰਦੇ ਹੈ ਕਿ ਉਹਨਾਂ ਦੀ ਇਹ ਭੈਣ, ਉਹਨਾਂ ਦੀ ਇਹ ਬੇਟੀ ਆਜ਼ਾਦ ਖੜੇ ਤਾਂ ਮੈਂ ਆਜ਼ਾਦ ਖੜਾਂਗੀ। ਜੇ ਉਹ ਇਹ ਚਾਹੁੰਦੇ ਆ ਕਿ ਮੈਂ ਚੁੱਪ ਰਵਾਂ ਤਾਂ ਮੈਂ ਚੁੱਪ ਰਵਾਂ। ਤੁਹਾਨੂੰ ਲੱਗਦਾ ਹੈ ਕਿ ਜਿਹੜੀ ਤੁਹਾਡੀ ਟਿਕਟ ਖਾਦੀ ਗਈ ਹੈ ਇਹ ਕਹਾਣੀ ਅਮਰਗੜ੍ਹ ਤੋਂ ਸ਼ੁਰੂ ਹੋਈ ਹੈ? ਨਵਜੋਤ ਸਿੰਘ ਸਿੱਧੂ ਦਾ ਵੱਡਾ ਹੱਥ ਹੈ ਇਸ। ਮੈਂ ਤਾਂ ਔਨ ਰਿਕਾਰਡ ਇਹ ਗੱਲ ਕਹੀ ਹੈ ਕਿ ਮੇਰੀ ਸੀਟ ਇੱਕ ਸਮਝੌਤੇ ਦਾ ਹਿੱਸਾ ਬਣੀ। ਚੰਨੀ ਸਾਹਿਬ ਨੇ ਮੇਰੀ ਲੜਾਈ ਅਖੀਰ ਤੱਕ ਲੜੀ। ਫਿਰ ਸਿੱਧੂ ਸਾਹਿਬ ਸਾਹਮਣੇ ਚੰਨੀ ਸਾਹਿਬ ਦੀ ਨਹੀਂ ਚੱਲੀ। ਜਿੱਥੇ ਖੂਨ ਦੀ ਗੱਲ ਆ ਗਈ, ਜਿੱਥੇ ਆਪਣੇ ਭਤੀਜੇ ਦੀ ਗੱਲ ਆ ਗਈ, ਉੱਥੇ ਫਿਰ ਸਾਰੀਆਂ ਚੀਜ਼ਾਂ ਹੀ ਨਜ਼ਰਅੰਦਾਜ਼ ਕਰ ਦਿੱਤੀਆਂ ਗਈਆਂ। ਕੱਲ ਦੀ ਚੀਖ ਕੇ ਕਹਿ ਰਹੀ ਹਾਂ ਕਿ ਇਹ ਤਾਂ ਪਾਰਟੀ ਨੇ ਸੀਟ ਜਿਹੜੀ ਹੈ ਪਲੈਟਰ ਤੇ ਸਰਵ ਕਰਤੀ ਆਮ ਆਦਮੀ ਪਾਰਟੀ ਨੂੰ। ਅੱਜ ਤੁਸੀਂ ਇੱਕ ਬੰਦੇ ਨੂੰ ਉੱਪਰੋਂ ਕਿਸੇ ਦੇ ਸਿਰ ਤੇ ਮੜ ਦਿਓਗੇ, ਨੋਬਡੀ ਇਜ਼ ਗੋਇੰਗ ਟੂ ਐਕਸੈਪਟ ਦੈਟ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਪੁਨੀਤ, ਤੁਸੀਂ ਵੇਖ ਰਹੇ ਹੋ ਬਾਈ ਦਾ ਅਖਾੜਾ। ਅਸੀਂ ਇੱਕ ਮਹਾਨ ਧਰਤੀ ਤੇ ਮੌਜੂਦ ਹੈਗੇ ਹਾਂ। ਅਸੀਂ ਸੁਨਾਮ ਵਿੱਚ ਮੌਜੂਦ ਹੈਗੇ ਹਾਂ, ਸ਼ਹੀਦ ਊਧਮ ਸਿੰਘ ਦੀ ਧਰਤੀ ਤੇ ਮੌਜੂਦ ਹੈਗੇ ਹਾਂ ਤੇ ਇਸ ਧਰਤੀ ਦੇ ਹਿੱਸੇ ਇਨਸਾਫ ਆਇਆ ਹੋਇਆ। ਖੈਰ, ਉਹ ਦੇਸ਼ ਭਗਤੀ ਰਹੀ, ਪਰ ਇੱਥੇ ਅੱਜ ਗੱਲ ਜਿਹੜੀ ਹੈ ਉਹ ਸਿਆਸਤ ਦੀ ਹੋਣੀ ਹੈਗੀ ਆ ਤੇ ਇੱਥੇ ਇਲਜ਼ਾਮ ਨੇ ਬੇਇਨਸਾਫੀ ਤੇ। ਇੱਕ ਪਾਸੇ ਇਨਸਾਫ, ਇੱਕ ਪਾਸੇ ਬੇਇਨਸਾਫੀ। ਸੋ ਅਜਿਹੇ ਵਿੱਚ ਜਿੱਥੇ ਸਿਆਸਤਾਂ ਆ ਜਾਂਦੀਆਂ ਨੇ ਉੱਥੇ ਬਹੁਤ ਸਾਰੀਆਂ ਕਦਰਾਂ ਕੀਮਤਾਂ ਜਿਹੜੀਆਂ ਨੇ ਉਹ ਬਦਲ ਜਾਂਦੀਆਂ ਨੇ। ਸੋ ਅਜਿਹੇ ਵਿੱਚ ਅੱਜ ਦਾਮਨ ਬਾਜਵਾ ਸਾਡੇ ਨਾਲ ਮੌਜੂਦ ਹੈਗੇ ਨੇ। ਹਾਲ ਹੀ ਵਿੱਚ ਇਹਨਾਂ ਨੂੰ ਇੱਕ ਚੰਗੀ ਖਬਰ ਨਹੀਂ ਮਿਲੀ। ਸੋ ਅਜਿਹੇ ਵਿੱਚ ਕੀ ਕੁਝ ਸਮਝਦੇ ਨੇ, ਕੀ ਕੁਝ ਸਮਝ ਪਾ ਰਹੇ ਨੇ, ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ। ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਪੁਨੀਤ ਜੀ, ਤੁਹਾਡਾ ਵੀ ਐਂਡ ਸਾਰੇ ਤੁਹਾਡੇ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦਾਮਨ ਜੀ, ਮਲਾਲ ਕਿੰਨਾ ਵੱਡਾ? ਦੇਖੋ, ਇਟ ਇਜ਼ ਆਈ ਐਮ ਹਾਰਟ ਬ੍ਰੋਕਨ, ਆਈ ਐਮ ਡਿਸਅਪੋਇੰਟਡ, not personally also, ਮਤਲਬ ਜਿਹੜਾ ਪਰਸਨਲ ਨਿੱਜੀ ਤਾਂ ਮਲਾਲ ਹੈ ਹੀ, ਬਟ ਮੈਨੂੰ ਲੱਗਦਾ ਹੈ ਕਿ ਸੁਨਾਮ ਦੀ ਧਰਤੀ, ਸ਼ਹੀਦ ਊਧਮ ਸਿੰਘ ਜੀ ਦੀ ਧਰਤੀ ਤੇ ਵੀ ਬਹੁਤ ਕੋਈ ਵਧੀਆ ਇੱਕ ਫੈਸਲਾ ਨਹੀਂ ਲਿਆ ਗਿਆ। ਸੁਨਾਮ ਨੇ, ਜੇ ਕਾਂਗਰਸ ਪਾਰਟੀ ਦੀ ਮੈਂ ਗੱਲ ਕਰਾਂ ਤਾਂ ਹਮੇਸ਼ਾ ਸਫਰ ਕੀਤਾ ਬਿਕੋਜ਼ ਆਫ ਸੱਚ ਰੈਕਲੈਸ ਡਿਸੀਜਨਸ ਮੈਂ ਕਹੂੰਗੀ ਪਾਰਟੀ ਦੇ। ਤੇ ਅੱਜ ਵੀ ਇਹ ਜਿਹੜਾ ਫੈਸਲਾ ਲਿਆ ਗਿਆ, ਇਹ ਉਹਨਾਂ ਹਜ਼ਾਰਾਂ ਲੋਕਾਂ ਦੀਆਂ ਉਮੀਦਾਂ ਤੇ ਪਾਣੀ ਫੇਰਨ ਦਾ ਕੰਮ ਹੋਇਆ। ਇਸ ਕਰਕੇ ਤੁਸੀਂ ਸ਼ਾਇਦ ਕੱਲ ਮੇਰੇ ਘਰ ਇੱਕ ਮੀਟਿੰਗ ਹੋਈ ਸੀਗੀ, ਸਾਡੇ ਸਾਰੇ ਜਿੰਨੇ ਲੋਕ ਮੇਰੇ ਨਾਲ ਔਰ ਮੇਰੇ ਥਰੂ ਪਾਰਟੀ ਨਾਲ ਜੁੜੇ ਹੋਏ ਸੀਗੇ, ਕੱਲ ਹਰੇਕ ਦੀ ਅੱਖ ਨਮ ਸੀਗੀ। ਅੱਜ ਇੰਨੇ ਸਾਲਾਂ ਬਾਅਦ ਜਦੋਂ ਕਾਂਗਰਸ ਪਾਰਟੀ ਵਿੱਚ ਜਾਨ ਪਈ, 22 ਸਾਲਾਂ ਬਾਅਦ ਕਾਂਗਰਸ ਇੱਕ ਪਲੇਟਫਾਰਮ ਤੇ ਇਕੱਠੀ ਹੋਈ ਸੀ ਸੁਨਾਮ ਵਿੱਚ, ਐਂਡ ਵੀ ਵਰ ਦ ਮੇਨ ਜਿਹੜੇ ਕਹਿ ਲਓ ਕਿ ਜਿਹੜੇ ਇੱਥੋਂ ਦੇ ਸਿਟਿੰਗ ਐਮਐਲਏ ਨੂੰ ਜੇ ਡਿਸਪਲੇਸ ਕਰਨ ਵਾਲੀ ਜੇ ਕੋਈ ਤਾਕਤ ਅੱਜ ਨਜ਼ਰ ਆ ਰਹੀ ਸੀ ਤੇ ਉਹ ਕਾਂਗਰਸ ਪਾਰਟੀ ਔਰ ਉਹਦੇ ਵਰਕਰਸ ਦੇ ਉਤਸ਼ਾਹ ਵਿੱਚ, ਉਹਨਾਂ ਦੀ ਮਿਹਨਤ ਵਿੱਚ ਨਜ਼ਰ ਆ ਰਹੀ ਸੀ। ਤੇ ਅੱਜ ਉਹ ਸਾਰੀ ਹੀ ਬਿਲਕੁਲ ਝੱਗ ਵਾਂਗੂ ਬੈਠ ਗਈ ਹੈ। ਬਗਾਵਤ ਨਜ਼ਰ ਨਹੀਂ ਆਈ, ਦਿਲ ਟੁੱਟਿਆ ਨਜ਼ਰ ਜ਼ਰੂਰ ਆਇਆ ਜਦੋਂ ਤੁਸੀਂ ਲਾਈਵ ਵੀ ਹੋਏ ਉਦੋਂ ਵੀ, ਬਾਕੀ ਤੁਹਾਡੇ ਇੰਟਰਵਿਊਜ਼ ਦੇ ਵਿੱਚ ਵੀ, ਪਰ ਬਗਾਵਤ ਨਜ਼ਰ ਨਹੀਂ ਆਈ। ਬਹੁਤ ਸਾਰੇ ਲੋਕ ਜਿਹੜੇ ਨੇ ਉਹ ਬਾਗੀ ਹੋ ਰਹੇ ਨੇ, ਸ਼ਮੂਲੀਅਤ ਇੱਕ ਤੋਂ ਦੂਜੀ ਪਾਰਟੀ ਤੱਕ। ਇੱਦਾਂ ਤੇ ਨਹੀਂ ਕਿ ਇੱਥੋਂ ਜਦੋਂ ਅਸੀਂ ਆਪਣਾ ਸਮਾਨ ਚੱਕਾਂਗੇ ਤਾਂ ਪਿੱਛੋਂ ਸਾਨੂੰ ਖਬਰ ਆਏਗੀ ਕਿ ਦਾਮਨ ਬਾਜਵਾ ਕਿਸੇ ਹੋਰ ਪਾਰਟੀ 'ਚ ਸ਼ਾਮਿਲ। ਪੁਨੀਤ ਜੀ, ਮੈਂ ਬਗਾਵਤ ਤੁਹਾਨੂੰ ਇਸ ਲਈ ਨਜ਼ਰ ਨਹੀਂ ਆਈ ਕਿਉਂਕਿ ਮੈਂ ਔਰ ਮੇਰਾ ਪਰਿਵਾਰ, ਅਸੀਂ ਕੁਛ ਵੀ ਹੋ ਸਕਦੇ ਹਾਂ। ਅਸੀਂ ਮਤਲਬ ਦੇਰ ਕੈਨ ਬੀ ਅ ਨੰਬਰ ਆਫ ਥਿੰਗਸ ਜੋ ਲੋਕੀ ਸਾਨੂੰ ਕਹਿੰਦੇ ਹੋਣ ਜਾਂ ਸਾਡੇ ਬਾਰੇ ਸੋਚਦੇ ਹੋਣ, ਬਟ ਦੇਰ ਇਜ਼ ਵਨ ਥਿੰਗ ਜੋ ਕਿ ਜਿਹਦੇ ਵਾਸਤੇ ਮੈਨੂੰ ਕਿਸੇ ਨੂੰ ਵੀ ਕੋਈ ਮਤਲਬ ਕਿਸੇ ਨੂੰ ਵੀ ਉਹਦੇ ਲਈ ਮੈਨੂੰ ਪ੍ਰੂਫ ਦੇਣ ਦੀ ਲੋੜ ਨਹੀਂ ਕਿ ਅਸੀਂ ਕ੍ਰਿਤਗਾਨੀ ਹੈਗੇ। ਮੈਂ ਤੇ ਮੇਰਾ ਪਤੀ ਹਰਮਨ ਜੀ, ਸਾਡੇ ਕਰੈਕਟਰ ਦੀ ਸਭ ਤੋਂ ਵੱਡੀ ਜੇ ਕੋਈ ਮਿਸਾਲ ਦਿੰਦਾ ਤਾਂ ਉਹੀ ਹੈ ਕਿ ਅਸੀਂ ਜਿਸ ਦੇ ਨਾਲ ਆ ਉਸ ਦੇ ਨਾਲ। ਜੇ ਪਾਰਟੀ ਕਿਰਤਕਨ ਹੋ ਜਾਏ ਫਿਰ ਨਹੀਂ, ਮੈਂ ਉਹੀ ਉਸੇ ਗੱਲ ਤੇ ਆ ਰਹੀ ਹਾਂ। ਇਸ ਕਰਕੇ ਮੈਂ ਬਗਾਵਤ ਦੇਖੋ ਐਟ ਅ ਪੁਆਇੰਟ ਕਿਸੇ ਥਾਂ ਤੇ ਆ ਕੇ ਤੁਹਾਨੂੰ ਲੱਗਦਾ ਕਿ ਇੱਥੇ ਲਕੀਰ ਹੁਣ ਖਿੱਚਣੀ ਪਏਗੀ, ਔਰ ਮੈਂ ਲਕੀਰ ਉੱਥੇ ਖਿੱਚੂੰਗੀ ਜਿੱਥੇ ਸੁਨਾਮ ਦਾ ਮੈਨੂੰ ਨੁਕਸਾਨ ਹੁੰਦਾ ਨਜ਼ਰ ਆਊਗਾ, ਜਿੱਥੇ ਮੈਨੂੰ ਨਜ਼ਰ ਆਊਗਾ ਕਿ ਸੁਨਾਮ ਦੇ ਵਿੱਚ ਜੋ ਇੱਕ ਸੁਪਨਾ ਮੈਂ ਆਪਣੇ ਸ਼ਹਿਰ ਲਈ ਸਜਾਇਆ ਸੀ। ਮੈਂ ਇੱਕ ਪੜ੍ਹੀ ਲਿਖੀ ਕੁੜੀ ਹਾਂ, ਇੱਕ ਆਮ ਘਰ ਦੀ ਕੁੜੀ ਹਾਂ, ਮੈਂ ਸੁਨਾਮ 'ਚ ਰਹਿੰਦੀ ਹਾਂ। ਮੈਂ ਚਾਹੁੰਦੀ ਹਾਂ ਕਿ ਦੇਰ ਇਜ਼ ਅ ਸਰਟਨ ਸਟੈਂਡਰਡ ਜਿਹੜਾ ਮੇਰੇ ਸ਼ਹਿਰ ਦਾ ਹੋਵੇ। ਮੇਰੇ ਸ਼ਹਿਰ ਵਿੱਚ
ਕੁਝ ਸਹੂਲਤਾਂ ਹੋਣ ਜਿਹੜੀਆਂ ਮੇਰੇ ਸ਼ਹਿਰ ਵਾਸੀ ਵੀ ਉਹਨਾਂ ਨੂੰ ਮਾਣ ਸਕਣ, ਤੇ ਜਿੱਥੇ ਮੈਨੂੰ ਲੱਗੂਗਾ ਕਿ ਉਹ ਸਹੂਲਤਾਂ ਜਾਂ ਉਹੇ ਜੀਆਂ ਜਿਹੜੀਆਂ ਵਿਕਾਸ ਕਾਰਜ ਹੈਗੇ ਆ ਜੇ ਮੈਂ ਕਿਸੇ ਹੋਰ ਪਾਸੇ ਕਿਸੇ ਹੋਰ ਪਲੇਟਫਾਰਮ ਤੋਂ ਬੈਟਰ ਪ੍ਰੋਵਾਈਡ ਕਰ ਸਕਦੀ ਹਾਂ ਤਾਂ ਮੈਂ ਬਿਲਕੁਲ ਉੱਥੇ ਲਕੀਰ ਖਿੱਚੂੰਗੀ। ਬਟ ਦੈਟ ਵਿਲ ਨਾਟ ਬੀ ਅ ਬਗਾਵਤ ਤਾਂ ਹੁੰਦੀ ਜੇ ਮੈਂ ਕੋਈ ਓਪਰਚੁਨਿਟੀ ਦੇ ਕੇ ਕਿਸੇ ਹੋਰ ਪਾਸੇ ਚਲੇ ਜਾਂਦੀ। ਆਫਰ ਹੈਗੀ ਹੈ ਕੋਈ? ਆਫਰਸ ਤਾਂ ਮੈਮ ਦੇਖੋ, ਮਿਹਨਤੀ ਲੋਕਾਂ ਨੂੰ, ਜਿਹੜੇ ਲੋਕ ਜ਼ਮੀਨ ਤੋਂ ਉੱਠ ਕੇ ਆਏ ਹੈ, ਜਿਨ੍ਹਾਂ ਨੇ ਦਰੀਆਂ ਵਿਛਾਉਣ ਤੋਂ, ਧਰਨੇ ਲਾਉਣ ਤੋਂ, ਬੱਸਾਂ ਭਰ ਕੇ ਦਿੱਲੀ ਲਿਜਾਉਣ ਤੱਕ ਹਰ ਚੀਜ਼ ਕੀਤੀ ਹੈ। ਮੈਂ ਇੱਕ ਔਰਤ ਹੋਣ ਦੇ ਬਾਵਜੂਦ ਮੈਂ ਅੱਜ ਦਾਅਵੇ ਨਾਲ ਕਹਿ ਸਕਦੀ ਹਾਂ, ਹੰਕਾਰ ਨਹੀਂ, ਪਰਮਾਤਮਾ ਤੋਂ ਡਰ ਕੇ ਕਹਿੰਦੀ ਹਾਂ ਕਿ ਜਿੰਨਾ ਮੇਰੇ ਮੇਲ ਕਾਊਂਟਰ ਪਾਰਟਸ ਨੇ ਪਾਰਟੀ ਲਈ ਜਾਂ ਆਰਗੇਨਾਈਜੇਸ਼ਨ ਲਈ ਕੰਮ ਕੀਤਾ, ਮੈਂ ਉਹਨਾਂ ਤੋਂ 2-4% ਵੱਧ ਹੀ ਕੀਤਾ ਹੋਊਗਾ, ਕਦੇ ਕਿਸੇ ਤੋਂ ਘੱਟ ਨਹੀਂ ਕੀਤਾ। ਜੇ ਮੇਰੀ ਆਰਗੇਨਾਈਜੇਸ਼ਨ ਮੈਨੂੰ 5 ਬੱਸਾਂ ਕਹਿੰਦੀ ਸੀ ਤਾਂ ਮੈਂ 10 ਭਰ ਕੇ ਲੈ ਜਾਂਦੀ ਸੀ। ਜੇ ਜਿੱਥੇ ਬੰਦੇ ਗ੍ਰਿਫਤਾਰੀ ਦਿੰਦੇ ਸੀ, ਦਾਮਨ ਬਾਜਵਾ ਬਰਾਬਰ ਗ੍ਰਿਫਤਾਰੀ ਦਿੰਦੀ ਸੀ। ਸੋ ਮਿਹਨਤੀ ਬੰਦਿਆਂ ਲਈ ਤਾਂ ਆਪਸ਼ਨਸ ਕਦੇ ਵੀ ਨਹੀਂ ਬੰਦ ਹੁੰਦੀਆਂ। ਆਪਸ਼ਨਸ ਆਰ ਆਲਵੇਜ਼ देयर ਐਂਡ ਦਿਸ ਇਜ਼ ਪੋਲਿਟਿਕਸ। ਇਹਦੇ ਵਿੱਚ ਤਾਂ ਮਿਹਨਤ ਦਾ ਹੀ ਮੁੱਲ ਹੈ। ਤੇ ਜਿਹੜਾ ਮਾਈਂਡ 'ਚ ਹੈ ਕੁਛ ਇਸ ਟਾਈਮ ਜੇ ਦੱਸਣਾ ਚਾਹੋ ਸਾਨੂੰ ਤਾਂ? ਮੈਂ ਮਾਈਂਡ 'ਚ ਤਾਂ ਇਸ ਵੇਲੇ ਬਹੁਤ ਕੁਛ ਹੈ, ਬਟ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿੱਡਾ ਵੱਡਾ ਇਹ ਝਟਕਾ ਮੈਨੂੰ ਮਿਲਿਆ, ਮੈਂ ਇਸ ਲਈ ਤਿਆਰ ਨਹੀਂ ਸੀ। ਮੈਂ ਕਦੀ ਵੀ ਕਾਂਗਰਸ ਪਾਰਟੀ ਤੋਂ ਬਾਹਰ ਜਾਂ ਕਾਂਗਰਸ ਪਾਰਟੀ ਦੇ ਦਾਇਰੇ ਤੋਂ ਬਾਹਰ ਹੋ ਕੇ ਸੋਚਿਆ ਹੀ ਨਹੀਂ ਸੀ। ਮੈਨੂੰ ਉਮੀਦ ਹੀ ਨਹੀਂ ਸੀ ਕਿ ਇੰਨੇ ਕੰਮ ਦੇ ਬਾਵਜੂਦ ਮੇਰਾ ਨਾਮ ਡ੍ਰੌਪ ਕਰ ਦਿੱਤਾ ਜਾਊਗਾ। ਜਦੋਂ 86 ਬੰਦਿਆਂ ਦੀ ਲਿਸਟ ਮੇਰਾ ਨਾਮ ਨਹੀਂ ਸੀ ਆਇਆ, ਮੈਂ ਤਾਂ ਉਦੋਂ ਵੀ ਬਹੁਤ ਕੌਨਫੀਡੈਂਟ ਸੀਗੀ ਕਿ ਦੇयर ਮਸਟ ਹੈਵ ਬੀਨ ਸਮ ਮਾਈਨਰ ਪ੍ਰੋਬਲਮ, ਬਟ ਮਾਈ ਟਿਕਟ ਇਜ਼ ਫॉर श्योर। ਪਰ ਜਦੋਂ ਐਡਾ ਵੱਡਾ ਝਟਕਾ, ਐਂਡ ਮੈਮ ਝਟਕਾ ਵੀ ਦੇਖੋ, ਜੇ ਕਿਸੇ ਹੋਰ ਨੂੰ, ਜਿਹਨੇ ਮੰਨ ਲਓ ਸੁਨਾਮ 'ਚ ਰਹਿ ਕੇ ਕੰਮ ਕੀਤਾ, ਮੈਂ 20 ਕੀਤਾ ਤਾਂ ਅਗਲੇ ਨੇ 19 ਕੀਤਾ, ਤਾਂ ਉਹਨੂੰ ਟਿਕਟ ਦੇ ਦਿੱਤੀ, ਮੈਂ ਮੰਨ ਲੈਂਦੀ। ਪਰ ਜਿਹੜਾ ਬੰਦਾ ਸੁਨਾਮ ਦਾ ਹੈ ਹੀ ਨਹੀਂ, ਜਿਹਨੇ ਸੁਨਾਮ 'ਚ ਪੈਰ ਹੀ ਅੱਜ ਰੱਖਣਾ ਹੈ ਟਿਕਟ ਮਿਲਣ ਤੋਂ ਬਾਅਦ, ਜਿਹਨੇ ਕਦੀ ਸੁਨਾਮ ਦੇ ਵੱਲ, ਸੁਨਾਮ ਦਾ ਜਿਹਨੂੰ ਲੱਲਾ ਕੱਖਾ ਹੀ ਨਹੀਂ ਪਤਾ, ਜਿਹਨੇ ਕਦੀ ਕੰਮ ਨਹੀਂ ਕਰਕੇ ਵੇਖਿਆ, ਰਹਿਣ ਵਾਲਾ ਦਿੜਬੇ ਦਾ, ਉਹਦਾ ਚਾਚਾ ਐਮਐਲਏ ਅਮਰਗੜ੍ਹ ਤੋਂ, ਤੇ ਉੱਥੇ ਤਾਂ ਫਿਰ ਬੁਰਾ ਲੱਗਦਾ ਹੀ ਹੈ। ਤੇ ਤੁਸੀਂ ਆਪਸ਼ਨਸ ਦੀ ਗੱਲ ਕਰ ਰਹੇ ਹੋ, ਮੇਰੇ ਕੋਲ ਆਫਰਸ ਅੱਜ ਨਹੀਂ, ਮੇਰੇ ਤੋਂ ਅੱਜ ਤੋਂ 6 ਮਹੀਨੇ ਪਹਿਲਾਂ ਦੇ ਆਫਰਸ ਬਹੁਤ ਪਾਰਟੀਆਂ 'ਚੋਂ, ਬਹੁਤ ਆਰਗੇਨਾਈਜੇਸ਼ਨਸ ਤੋਂ ਆਉਂਦੇ ਰਹੇ ਹੈ, ਔਰ ਬਹੁਤ ਤਰੀਕੇ ਦੇ ਆਉਂਦੇ ਰਹੇ ਹੈ, ਬਟ ਆਈ ਨੈਵਰ ਥੌਟ ਔਨ ਦੋਜ਼ ਲਾਈਨਸ। ਲੋੜ ਹੀ ਨਹੀਂ ਮਹਿਸੂਸ ਹੋਈ। ਬਟ ਯੈਸ, ਅੱਜ ਜੇ ਮੈਨੂੰ ਲੱਗੂਗਾ ਕਿ ਜਿਹੜੇ ਮੇਰੇ ਸਾਥੀ ਨੇ, ਜਿਹੜੇ ਮੇਰੇ ਨਾਲ ਖੜੇ ਨੇ, ਨੋਬਡੀ ਵਾਂਟਸ ਟੂ ਗੋ ਵਿਦ ਦ ਪਰਸਨ ਜਿਹੜਾ ਪਾਰਟੀ ਨੇ ਅਨਾਊਂਸ ਕੀਤਾ। ਐਵਰੀਬਡੀ ਇਜ਼ ਸਕੇਅਰਡ ਆਫ ਹਿਮ। ਹਰ ਕੋਈ ਡਰਦਾ ਹੈ ਕਿ ਉਹ ਜਿਹੜੇ ਬੰਦੇ ਨੂੰ ਸਾਡਾ ਪਤਾ ਹੀ ਨਹੀਂ, ਜਿਹਨੂੰ ਸਾਡੀ ਪਹਿਚਾਣ ਹੀ ਨਹੀਂ, ਕਿਉਂਕਿ ਜੇ ਸੁਨਾਮ 'ਚ ਕੰਮ ਹੋਇਆ ਨਾ, ਉਹ ਕੱਲੀ ਦਾਮਨ ਨੇ ਨਹੀਂ ਕਰਾਏ, ਉਹ ਨਾਲ ਉਹਨਾਂ ਵਰਕਰਾਂ ਨੇ, ਉਹਨਾਂ ਲੀਡਰਾਂ ਨੇ, ਉਹਨਾਂ ਆਗੂਆਂ ਨੇ ਮੇਰੇ ਬਰਾਬਰ ਮਿਹਨਤ ਕੀਤੀ ਹੈ। ਤੇ ਅੱਜ ਜੇ ਉਹਨਾਂ ਦੀ ਮਿਹਨਤ ਦਾ ਕਿਸੇ ਨੂੰ ਮੁੱਲ ਨਹੀਂ ਪਾਣਾ ਜਾਣੂਗਾ ਉਹ ਬੰਦਾ, ਤੇ ਅਗਲੇ ਉਹਦੇ ਮਗਰ ਕਿਉਂ ਲੱਗਣਗੇ? ਤੁਹਾਨੂੰ ਲੱਗਦਾ ਹੈ ਕਿ ਜਿਹੜੀ ਤੁਹਾਡੀ ਟਿਕਟ ਖਾਧੀ ਗਈ ਹੈ, ਇਹ ਕਹਾਣੀ ਅਮਰਗੜ੍ਹ ਤੋਂ ਸ਼ੁਰੂ ਹੋਈ ਹੈ? ਨਵਜੋਤ ਸਿੰਘ ਸਿੱਧੂ ਦਾ ਵੱਡਾ ਹੱਥ ਹੈ। ਮੈਂ ਤਾਂ ਔਨ ਰਿਕਾਰਡ ਇਹ ਗੱਲ ਕਹੀ ਹੈ ਕਿ ਮੇਰੀ ਸੀਟ ਇੱਕ ਸਮਝੌਤੇ ਦਾ ਹਿੱਸਾ ਬਣੀ। ਇੱਕ ਸਮਝੌਤਾ ਹੋਇਆ, ਕਿਸੇ ਲੀਡਰ ਦੇ ਪਰਿਵਾਰ ਨੂੰ ਐਡਜਸਟ ਕਰਨ ਵਾਸਤੇ ਇੱਕ ਟ੍ਰੀਟੀ ਸਾਈਨ ਕੀਤੀ ਗਈ, ਔਰ ਮੇਰੇ ਵਰਗੇ ਇੱਕ ਕਾਂਗਰਸ ਦੇ ਇੱਕ ਇਮਾਨਦਾਰ, ਓਨੈਸਟ ਔਰ ਇੱਕ ਵਫਾਦਾਰ, ਜਿਹਨੇ ਫਰੋਮ ਦ ਰੈਂਕਸ ਜਿਹਨੇ ਰਾਈਜ਼ ਕੀਤਾ, ਉਹਦੀ ਬਲੀ ਦਿੱਤੀ ਗਈ ਹੈ। ਨਵਜੋਤ ਸਿੰਘ ਸਿੱਧੂ ਦੇ ਸਭ ਤੋਂ ਜ਼ਿਆਦਾ ਬਿਆਨ ਆਏ ਸੀ ਕਿ ਭਾਈ ਭਤੀਜਾਵਾਦ ਨਹੀਂ ਚੱਲੇਗਾ, ਇੱਕ ਪਰਿਵਾਰ 'ਚੋਂ 2 ਟਿਕਟਾਂ ਨਹੀਂ ਦਿੱਤੀਆਂ ਜਾਣਗੀਆਂ। ਲਗਾਤਾਰ ਇਹ ਗੱਲ ਸੀਗੀ ਕਿ ਅਸੀਂ ਜਿਹੜਾ ਹੈ ਬਿਲਕੁਲ ਫੇਅਰ ਐਂਡ ਸਕੁਆਇਰ ਚੱਲਾਂਗੇ, ਅਸੀਂ ਕਿਸੇ ਵੀ ਲਿਹਾਜ਼ ਦੇ ਨਾਲ ਆਪਣੇ ਕਿਸੇ ਵਰਕਰ ਨਾਲ ਜਿਹੜਾ ਕਿ ਕਈ ਸਾਲਾਂ ਤੋਂ ਕੰਮ ਕਰਦਾ ਹੋਏ, ਉੱਥੇ 5 ਸਾਲਾਂ ਤੋਂ ਕੰਮ ਕਰਦਾ ਹੋਏ, ਉਸ ਦਾ ਗਲਤ ਨਹੀਂ ਹੋਣ ਦੇਵਾਂਗਾ। ਮੇਰਾ ਹਰ ਵਰਕਰ ਜਿਹੜਾ ਹੈ ਉਹ ਮੇਰੀ ਪੱਗ ਦਾ ਲੜ ਹੈ। ਕੀ ਹੋਇਆ ਤੁਹਾਡੇ ਸਾਹਮਣੇ? ਜਿਹੜੇ ਨਵਜੋਤ ਸਿੰਘ ਸਿੱਧੂ ਜੀ ਕਹਿ ਰਹੇ ਸੀਗੇ ਕਿ ਮੈਂ ਨਾ ਕਿਸੇ ਦੇ ਮੁੰਡੇ ਨੂੰ ਟਿਕਟ ਲੈਣ ਦੇਵਾਂ, ਨਾ ਮੈਂ ਮੇਰਾ ਮੁੰਡਾ ਮੰਗੇ, ਨਾ ਮੈਂ ਕਿਸੇ ਦੇ ਮੁੰਡੇ ਨੂੰ ਲੈਣ ਦੇਵਾਂ, ਨਾ ਮੈਂ ਕਿਸੇ ਨੂੰ ਆਪਣਾ ਹਲਕਾ ਛੱਡ ਕੇ ਭੱਜਣ ਦੇਵਾਂ। ਅੱਜ ਸੁਨਾਮ ਵਿੱਚ ਦੋਨੇ ਹੀ ਰੂਲਸ ਲਾਗੂ ਨਹੀਂ ਹੋਏ। ਅੱਜ ਇੱਕ ਸਿਟਿੰਗ ਐਮਐਲਏ ਦੇ ਭਤੀਜੇ ਨੂੰ ਸੁਨਾਮ ਭੇਜਿਆ ਗਿਆ ਹੈ, ਇੱਕ ਐਸੇ ਵਿਅਕਤੀ ਨੂੰ ਅਮਰਗੜ੍ਹ ਦੀ ਟਿਕਟ ਦਿੱਤੀ ਗਈ ਹੈ ਜਿਹਦਾ ਕੋਈ ਸਿਆਸੀ ਕੱਦ ਹੀ ਨਹੀਂ ਹੈਗਾ, ਜਿਹਨੂੰ ਕੋਈ ਸਿਆਸੀ, ਜਿਹਦੀ ਪਹਿਚਾਣ ਹੀ ਨਹੀਂ, ਸਿਵਾਏ ਇੱਕ ਕਿਸੇ ਲੀਡਰ ਦੀ ਡਾਇਰੀ ਚੁੱਕਣ ਤੋਂ ਉਹਦੀ ਕੋਈ ਹੋਰ ਕੁਆਲੀਫਿਕੇਸ਼ਨ ਹੀ ਨਹੀਂ ਹੈਗੀ। ਤੁਸੀਂ ਮੈਨੂੰ ਦੱਸੋ ਨਾ ਕਿ ਸਮਿਤ ਸਿੰਘ ਦਾ ਨਾਮ ਹੀ ਨਹੀਂ ਕੋਈ ਜਾਣਦਾ, ਕੌਣ ਹੈ ਉਹ ਵਿਅਕਤੀ, ਕੀ ਉਹਦੀ ਕੰਟਰੀਬਿਊਸ਼ਨ ਹੈ ਪਾਰਟੀ ਲਈ ਜਾਂ ਅਮਰਗੜ੍ਹ ਵਾਸਤੇ? ਕੀ ਉਹ ਅਮਰਗੜ੍ਹ ਦਾ ਵਸਨੀਕ ਹੈ? ਕੀ ਉਹਨੇ ਅਮਰਗੜ੍ਹ 'ਚ 6 ਮਹੀਨੇ ਵੀ ਕੰਮ ਕਰਕੇ ਵੇਖਿਆ?
ਅੱਜ ਤੁਸੀਂ ਇੱਕ ਬੰਦੇ ਨੂੰ ਉੱਪਰੋਂ ਕਿਸੇ ਦੇ ਸਿਰ ਤੇ ਮੜ ਦਿਓਗੇ, nobody is going to accept that. people ਅੱਜ ਕੱਲ they are very smart and similarly if you think ਕਿ ਉਹਨੂੰ ਉੱਥੇ ਐਡਜਸਟ ਕਰਨ ਵਾਸਤੇ ਕਿਸੇ ਨੂੰ ਪੈਲੀਕੇਟ ਕਰਨ ਲਈ ਤੁਸੀਂ ਉਹਨੂੰ ਵਾਪਸ ਇੱਥੇ ਕਿਸੇ ਹੋਰ ਸੀਟ ਤੇ ਐਡਜਸਟ ਕਰੋਗੇ, ਉਸ ਵਿਅਕਤੀ ਨੂੰ ਜਿਹੜਾ ਅਮਰਗੜ੍ਹ ਲੜਨਾ ਨਹੀਂ ਚਾਹੁੰਦਾ, ਜਿਹੜਾ ਅਮਰਗੜ੍ਹ ਦਾ ਭਗੌੜਾ ਹੈ। ਮੈਂ ਤਾਂ ਹਾਰੀ ਹੋਈ ਸੀ, ਮੈਂ ਤਾਂ ਆਪਣੀ ਸੀਟ ਪਿੱਛੇ ਮਰਨ ਤੱਕ ਤਿਆਰ ਆ, ਸੁਨਾਮ ਪਿੱਛੇ ਮਰਨ ਤੱਕ ਤਿਆਰ ਹੈ। ਤੇ ਜਿਹੜਾ ਬੰਦਾ ਜਿੱਤਿਆ ਹੋਇਆ ਆਪਣਾ ਹਲਕਾ ਛੱਡ ਕੇ ਆ ਰਿਹਾ ਉਸ ਤੋਂ ਕੀ ਆਪਾਂ ਅੰਦਾਜ਼ਾ ਲਗਾ ਸਕਦੇ? ਨਹੀਂ, ਜੇ ਅਸੀਂ ਗੱਲ ਕਰੀਏ ਤਾਂ ਤੁਸੀਂ ਕਿਸ ਤਰ੍ਹਾਂ ਦਾ ਇਨਸਾਨ ਮੰਨਦੇ ਹੋ ਉਹਨਾਂ ਨੂੰ? ਜੇ ਅਸੀਂ ਜਸਵਿੰਦਰ ਦੀ ਗੱਲ ਕਰੀਏ ਤੇ ਮਾਨ ਦੀ ਗੱਲ ਕਰੀਏ ਤੇ ਕਿੱਦਾਂ ਦਾ ਮੰਨਦੇ ਹੋ? ਕਿਉਂਕਿ ਸੁਨਾਮ ਬਾਰੇ ਉਹ ਜਾਣਦੇ ਨਹੀਂ। ਜੇ ਅੱਜ ਵੀ ਉਹ ਗੇਟ ਤੇ ਆਉਂਦੇ ਆ ਤੇ ਲੋਕ ਉਹਨਾਂ ਦਾ, ਸ਼ਾਇਦ ਤੁਸੀਂ ਕਿਹਾ ਵੀ ਆਏ ਹੋਏ ਆ ਤੇ ਉਹਨਾਂ ਦਾ ਵੈਲਕਮ ਜਿਹੜਾ ਲੋਕ ਕਰ ਰਹੇ ਆ ਕਿਉਂਕਿ ਸ਼ਾਇਦ ਪਹਿਲੀ ਵਾਰੀ ਆਏ ਹੋਣੇ ਆ। ਸੋ ਅਜਿਹੇ ਵਿੱਚ ਤੁਸੀਂ ਕੀ ਮੰਨਦੇ ਹੈਗੇ ਹੋ ਕਿ ਉਹ ਆਪਣੇ ਮੋਢਿਆਂ ਤੇ ਜ਼ਿੰਮੇਵਾਰੀ ਚੱਕ ਸਕਣਗੇ? ਕਿਉਂਕਿ ਕਿਸੇ ਏਰੀਆ ਦਾ ਭਲਾ ਕਰਨ ਦੇ ਲਈ ਤੁਹਾਨੂੰ ਉਸ ਦੀ ਮਿੱਟੀ ਤੱਕ ਛਾਣਨੀ ਪੈਂਦੀ ਹੈ, ਇੱਕ ਚੀਜ਼ ਦਾ ਪਤਾ ਹੋਣਾ ਜ਼ਰੂਰੀ ਹੈ। ਮੈਮ ਦੇਖੋ, ਔਨ ਅ ਪਰਸਨਲ ਨੋਟ ਮੈਂ ਜਸਵਿੰਦਰ ਜੀ ਨੂੰ ਬੜਾ ਜਾਣਦੀ ਨਹੀਂ ਜੀ। ਜਿਵੇਂ ਮੈਂ ਤੁਹਾਨੂੰ ਕਿਹਾ, ਮੈਂ ਤਾਂ ਸੁਨਾਮ 'ਚ ਹੀ ਰਹੀ ਹਾਂ ਤੇ ਮੈਂ ਤਾਂ ਕਦੀ ਉਹਨਾਂ ਨੂੰ ਕਦੀ ਮਿਲੀ ਨਹੀਂ, ਦੇਖਿਆ ਨਹੀਂ। ਮੈਨੂੰ ਉਹਨਾਂ ਦੇ ਬਾਰੇ ਕੋਈ ਬਹੁਤਾ ਪਰਸਨਲੀ ਮੈਂ ਉਹਨਾਂ ਨੂੰ ਜਾਣਦੀ ਨਹੀਂ, ਐਕਸੈਪਟ ਫॉर द ਫੈਕਟ ਕਿ ਉਹ ਧਮਾਨ ਸਾਹਿਬ ਦੇ ਭਤੀਜੇ ਨੇ। ਜੇ ਮੈਂ ਪੋਲੀਟੀਕਲੀ ਗੱਲ ਕਰਾਂ ਤਾਂ ਮੈਂ ਨਾਟ ਜਸਟ ਜਸਵਿੰਦਰ ਜੀ, ਐਨੀਬਡੀ, ਜਿਹੜਾ ਵੀ ਬੰਦਾ ਜਿਹੜਾ ਸੁਨਾਮ 'ਚ ਰਿਹਾ ਨਾ ਹੋਵੇ, ਜਿਹਨੇ ਸੁਨਾਮ ਨੂੰ, ਜਿਹੜਾ ਸੁਨਾਮ ਬਾਰੇ ਜਾਣਦਾ ਨਾ ਹੋਵੇ, ਉਹ ਕਿੱਥੋਂ ਸੁਨਾਮ ਵਿੱਚ ਆ ਕੇ ਇਲੈਕਸ਼ਨ ਲੜਨ ਦੀ? ਸੁਨਾਮ ਹੈਜ਼ ਬੀਨ ਅ ਵੈਰੀ ਟਫ ਸੀਟ ਫॉर ਕਾਂਗਰਸ ਇੱਥੇ ਪਿਛਲੀਆਂ 6-7 ਵਾਰੀਆਂ ਤੋਂ ਇੱਥੇ ਇਲੈਕਸ਼ਨ ਹਾਰਦੀ ਆ ਰਹੀ ਹੈ। ਜੇ ਇੱਥੇ ਸੁਨਾਮ ਵਿੱਚ ਕਾਂਗਰਸ ਵਾਸਤੇ ਬਹੁਤ ਹੀ ਇੱਕ ਜਿਹਨੂੰ ਕਹਿੰਦੇ ਆ ਡਿਫਿਕਲਟ ਮਾਹੌਲ ਸੀਗਾ, ਜਿਹਨੂੰ ਮੈਂ 5 ਸਾਲ 'ਚ ਆ ਕੇ ਥੋੜਾ ਜਿਹਾ ਫੇਵਰੇਬਲ ਕੀਤਾ ਆਪਣੇ ਲਈ ਔਰ ਆਪਣੀ ਪਾਰਟੀ ਲਈ। ਐਂਡ ਅੱਜ ਅਸੀਂ ਆਮ ਆਦਮੀ ਦਾ ਜਿਹੜਾ ਇੱਥੋਂ MLA ਜਿਹੜਾ ਬਹੁਤ ਵੱਡੀ ਲੀਡ ਤੋਂ ਜਿੱਤਿਆ ਹੋਇਆ ਸੀ, ਅੱਜ ਅਸੀਂ ਉਹਦੇ ਲਈ ਇੱਕ ਥ੍ਰੈਟ ਬਣੇ ਖੜੇ ਸੀਗੇ। ਅਸੀਂ ਉਹਨਾਂ ਨੂੰ ਹਰਾਉਣ ਦੀ ਤਾਕਤ ਬਣਾ ਲਈ ਸੀਗੀ ਆਪਣੇ ਵਰਕਰਾਂ ਵਿੱਚ, ਜਾਨ ਭਰ ਕੇ 5 ਸਾਲਾਂ ਵਿੱਚ। ਤੁਸੀਂ ਦੇਖੋ ਸੁਨਾਮ ਵਿੱਚ ਕਿੰਨੀਆਂ ਟ੍ਰੈਜਡੀਜ਼ ਵੀ ਹੋਈਆਂ ਪਿਛਲੇ ਸਮੇਂ ਵਿੱਚ। ਫਤਿਹਵੀਰ ਦਾ ਇਨਸੀਡੈਂਟ ਹੋਇਆ, ਧਮਾਨ ਸਾਹਿਬ ਨੇ ਕਦੀ ਉਦੋਂ ਇੱਥੇ ਆ ਕੇ ਕਿਸੇ ਦਾ ਪਤਾ ਲਿਆ? ਇੱਥੇ ਮੈਂ 5 ਰਾਤਾਂ ਉਦੋਂ ਸੌਂ ਕੇ ਨਹੀਂ ਸੀ ਵੇਖਿਆ। ਇਹਨਾਂ ਨੇ ਕਦੀ ਉੱਥੇ ਕੋਈ ਲੀਡਰ ਵੀ, ਨਾਟ ਜਸਟ ਧਮਾਨ ਸਾਹਿਬ, ਕੋਈ ਵੀ ਨਹੀਂ ਆਇਆ। ਲੌਂਗੋਵਾਲ ਬੱਸ ਹਾਦਸਾ ਹੋਇਆ, ਬੱਸ ਵਿੱਚ ਜਿਉਂਦੇ ਬੱਚੇ ਸੜ ਗਏ ਸੀਗੇ। ਦਾਮਨ ਬਾਜਵਾ ਰਾਤ ਦੇ 2 ਵਜੇ ਤੱਕ ਉਹਨਾਂ ਦੀ ਬੋਡੀਜ਼ ਦੇ ਨਾਲ ਕਦੀ ਪੋਸਟਮਾਰਟਮ, ਕਦੀ ਉਹਨਾਂ ਦੀ ਕ੍ਰਿਮੇਸ਼ਨ, ਹਰ ਚੀਜ਼, ਇੱਕ ਚੀਜ਼ ਉੱਥੇ ਦਾਮਨ ਬਾਜਵਾ ਤੇ ਉਸਦੇ ਪਰਿਵਾਰ ਨੇ ਕਰਵਾਈ। ਉਸ ਤੋਂ ਬਾਅਦ ਕਰੋਨਾ ਦੇ ਟਾਈਮ 'ਚ ਮੇਰਾ ਪਰਿਵਾਰ, ਅਸੀਂ ਆਪ ਕਰੋਨਾ ਦੀ ਚਪੇਟ 'ਚ ਆਏ। ਮੇਰੇ 72 ਸਾਲ ਦੇ ਮਾਤਾ ਜੀ ਨੂੰ ਮੈਕਸ ਤੱਕ ਜਾਣ ਦੀ ਨੌਬਤ ਆ ਗਈ। ਅਸੀਂ ਉਸ ਦੇ ਬਾਵਜੂਦ ਸੁਨਾਮ ਦੀ ਧਰਤੀ ਨਹੀਂ ਛੱਡੀ ਕਿ ਕਿਤੇ ਸਾਡੇ ਜਿਹੜੇ ਇੱਥੋਂ ਦੇ ਲੋਕ ਨੇ ਜਿਨ੍ਹਾਂ ਨੂੰ ਅੱਜ ਲੋੜ ਹੈ, ਉਹ ਇਹ ਨਾ ਸੋਚ ਲੈਣ ਕਿ ਆਪਣੀ ਮਾਂ ਦਾ ਬਹਾਨਾ ਬਣਾ ਕੇ ਚੰਡੀਗੜ੍ਹ ਜਾ ਕੇ ਬਹਿ ਗਏ। ਮੇਰੇ ਮਦਰ ਮੈਕਸ ਵਿੱਚ 15 ਦਿਨ ਐਡਮਿਟ ਰਹੇ, ਪਰ ਮੈਂ ਤੇ ਮੇਰੇ ਪਰਿਵਾਰ ਨੇ ਇੱਕ ਦਿਨ ਸੁਨਾਮ ਤੋਂ ਜਾ ਕੇ ਉਹਨਾਂ ਦਾ ਪਤਾ ਤੱਕ ਲੈਣਾ ਵਾਜਿਬ ਨਹੀਂ ਸਮਝਿਆ, ਕਿਉਂਕਿ ਸਾਨੂੰ ਲੱਗਦਾ ਸੀ ਕਿ ਸੁਨਾਮ ਸਾਡੀ ਪਹਿਲੀ ਪ੍ਰਾਇਰਟੀ ਹੈ। ਤੇ ਜਿਹੜੇ ਲੀਡਰ ਲੋਕਾਂ ਦੇ ਦੁੱਖ ਸੁੱਖ 'ਚ ਨਹੀਂ ਖੜੇ, ਅੱਜ ਤੁਸੀਂ ਬਾਹਰ ਦੇਖ ਸਕਦੇ ਹੋ ਲੋਕੀ ਆਪ ਮੁਹਾਰੇ ਤੁਰ ਕੇ ਆ ਰਹੇ ਆ ਕਿ ਧੀਏ ਤੇਰੇ ਨਾਲ ਆ, ਪਾਰਟੀ ਜਾਂ ਨੋ ਪਾਰਟੀ, ਅਸੀਂ ਤੇਰੇ ਨਾਲ ਹੈ, ਕੰਮ ਤੂੰ ਕਰਵਾਇਆ, ਸਾਡੇ ਨਾਲ ਖੜੀ ਤੂੰ ਹੈ। ਪਾਰਟੀ ਜਿਹਨੂੰ ਮਰਜ਼ੀ ਭੇਜ ਦੇ, ਪਾਰਟੀਆਂ ਨੂੰ ਕੀ ਪਤਾ ਸਾਡੇ ਵਿੱਚ ਕੌਣ ਰਿਹਾ। ਅਸੀਂ ਜੇ ਵੋਟਸ ਦੀ ਗੱਲ ਕਰੀਏ ਤੇ ਲਗਭਗ ਇੱਥੇ ਇਲੈਕਟੋਰਲ ਸਟਰੈਂਥ ਜਿਹੜੀ ਹੈਗੀ ਆ ਉਹ 2 ਲੱਖ ਦੇ ਆਸ-ਪਾਸ ਹੈ। ਤੇ ਜੇ ਅਸੀਂ 2017 ਦੀ ਵੋਟ ਫੀਸਦ ਦੀ ਗੱਲ ਕਰੀਏ ਤੇ 46.85% ਵੋਟ ਜਿਹੜੀ ਹੈ ਇੱਥੇ ਪਈ ਹੈ। ਅਮੂਮਨ ਜਦੋਂ ਅਸੀਂ ਗੱਲ ਕਰਦੇ ਹੈਗੇ ਆ ਕਿ ਚੀਜ਼ਾਂ ਵੋਟਰ ਦੇ ਅਕੋਰਡਿੰਗ ਨਹੀਂ ਹੁੰਦੀਆਂ। ਜੇ ਦਾਮਨ ਬਾਜਵਾ ਨਾਲ ਵੋਟਰ ਸੀਗਾ ਤੇ ਅੱਜ ਦੀ ਤਰੀਕ ਦੇ ਵਿੱਚ ਉਹਨਾਂ ਕੋਲ ਕੋਈ ਹੋਰ ਉਹਨਾਂ ਨੂੰ ਲੱਗੇ ਕਿ ਹੁਣ ਦਾਮਨ ਬਾਜਵਾ ਨਹੀਂ ਤੇ ਸਾਡੇ ਵਾਸਤੇ ਇਲੈਕਸ਼ਨ ਵੀ ਨਹੀਂ, ਤੁਹਾਨੂੰ ਲੱਗਦਾ ਕਿ ਇਹਨਾਂ ਸਭ ਚੀਜ਼ਾਂ ਦਾ ਵੋਟ ਫੀਸਦ ਤੇ ਅਸਰ ਪੈਂਦਾ? ਬਿਲਕੁਲ ਮੈਮ, ਇਹ ਤਾਂ ਮੈਂ ਕੱਲ ਦੀ ਚੀਖ ਕੇ ਕਹਿ ਰਹੀ ਹਾਂ ਕਿ ਇਹ ਤਾਂ ਪਾਰਟੀ ਨੇ ਸੀਟ ਜਿਹੜੀ ਹੈ ਪਲੈਟਰ ਤੇ ਸਰਵ ਕਰਤੀ ਆਮ ਆਦਮੀ ਪਾਰਟੀ ਨੂੰ। ਤੁਸੀਂ ਮੇਰੇ ਤੋਂ ਲਿਖ ਕੇ ਲੈ ਲਓ, ਮੈਂ ਹੁਣ ਕੁਛ ਮਰਜ਼ੀ ਕਰ ਲਾਂ, ਕੋਈ ਕੁਛ ਮਰਜ਼ੀ ਕਰ ਲੇ, ਅੱਜ ਇੱਥੇ ਕਾਂਗਰਸ ਪਾਰਟੀ ਦੀ ਜ਼ਮਾਨਤ ਜ਼ਬਤ ਹੋਊਗੀ ਇਸ ਕੈਂਡੀਡੇਟ ਦੇ ਆਉਣ ਨਾਲ। ਕਿੱਥੇ ਅਸੀਂ ਇਹ ਸੀਟ ਜਿੱਤ ਕੇ ਆਪਣੀ ਪਾਰਟੀ ਦੀ ਝੋਲੀ 'ਚ ਪਾਉਣ ਦੀਆਂ ਗੱਲਾਂ ਕਰ ਰਹੇ ਸੀ, ਤੇ ਅੱਜ ਇੱਥੇ ਮੈਨੂੰ ਲੱਗਦਾ ਹੈ ਕਿ ਫੇਸ ਸੇਵਿੰਗ ਜਿੰਨੀਆਂ ਵੀ ਵੋਟਾਂ ਪਾਰਟੀ ਨੂੰ ਨਹੀਂ ਪੈਣਗੀਆਂ। ਜਦੋਂ ਪਹਿਲੀ ਵਾਰੀ ਅਸੀਂ ਦਿਲ ਟੁੱਟਿਆ ਦੇਖਿਆ ਤੁਹਾਡਾ, ਅਸੀਂ ਤੁਹਾਨੂੰ ਲਾਈਵ ਦੇਖਿਆ ਜਦੋਂ ਤੁਸੀਂ ਲਾਈਵ ਹੋਏ, ਉਹ ਜਦੋਂ ਤੁਸੀਂ ਗੱਡੀ 'ਚ ਸੀ, ਤੁਸੀਂ ਦਿੱਲੀੋਂ ਆ ਰਹੇ ਸੀ ਜੀ, ਤੇ ਤੁਸੀਂ ਹਾਈ ਕਮਾਂਡ ਨਾਲ ਮਿਲ ਕੇ ਆ ਰਹੇ ਸੀ। ਮੈਂ ਪਿਛਲੇ 7-8 ਦਿਨਾਂ ਦੀ ਦਿੱਲੀ ਸੀਗੀ
ਬਿਕਾਜ਼ ਮੈਨੂੰ ਇਹ ਲੱਗ ਰਿਹਾ ਸੀਗਾ ਕਿ ਇੱਕ ਪਾਰਟੀ ਦੇ ਸੱਚੇ ਵਫਾਦਾਰ ਸਿਪਾਹੀ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਕਿ ਮੈਂ ਆਪਣੀ ਫੈਕਟਸ ਔਰ ਲੌਜਿਕਸ ਦੀ ਲੜਾਈ ਅਖੀਰ ਤੱਕ ਲੜਾਂ। ਈਵਨ ਇਫ ਜੇ ਮੈਨੂੰ ਲੱਗਦਾ ਕਿ ਫੈਸਲਾ ਮੇਰੇ ਅਗੇਂਸਟ ਲਿਆ ਗਿਆ ਹੈ ਤਾਂ ਮੇਰਾ ਫਰਜ਼ ਇਹ ਬਣਦਾ। ਤੁਸੀਂ ਕਨਵਿੰਸ ਨਹੀਂ ਕਰ ਪਾਏ? ਮੈਮ ਉੱਥੇ ਨਾ ਗੱਲ ਲੌਜਿਕਸ ਤੋਂ ਉੱਪਰ ਉੱਠ ਕੇ ਸਿਆਸਤ ਤੇ ਆ ਗਈ ਸੀਗੀ। winnability was no more a criteria, suitability was, and every leader was seeing that ਮੇਰਾ ਕਿਹੜਾ ਕੈਂਡੀਡੇਟ ਮੈਨੂੰ ਜ਼ਿਆਦਾ suitable। ਬਹੁਤ ਲੋਕਾਂ ਨੇ ਮੇਰੀ ਲੜਾਈ ਲੜੀ, ਆਊਟ ਆਫ ਦ ਵੇ ਜਾ ਕੇ ਲੜੀ। ਜੇ ਮੈਂ ਗੱਲ ਕਰਾਂ ਸੀਐਮ ਸਾਹਿਬ ਨੇ, ਚੰਨੀ ਸਾਹਿਬ ਨੇ ਮੇਰੀ ਲੜਾਈ ਅਖੀਰ ਤੱਕ ਲੜੀ ਹੈ। ਬਟ ਜਦੋਂ ਅੱਛਾ, ਚੰਨੀ ਸਾਹਿਬ ਨਾਲ ਕੋਈ ਸ਼ਿਕਵਾ ਨਹੀਂ? ਨਹੀਂ, ਮੇਰਾ ਕਿਸੇ ਨਾਲ ਕੋਈ ਸ਼ਿਕਵਾ ਨਹੀਂ। ਇੱਕ ਬੰਦੇ ਦੀ, ਪਰ ਚੰਨੀ ਸਾਹਿਬ ਨੇ ਤੁਹਾਡੀ ਲੜਾਈ ਲੜੀ, ਤੁਹਾਡੇ ਵਾਸਤੇ ਬੋਲੇ ਹੋ, ਅਖੀਰ ਤੱਕ ਲੜੀ। ਤੇ ਯਾਨੀ ਕਿ ਫਿਰ ਸਿੱਧੂ ਸਾਹਿਬ ਸਾਹਮਣੇ ਚੰਨੀ ਸਾਹਿਬ ਦੀ ਨਹੀਂ ਚੱਲੀ, ਇਹ ਮੰਨੀਏ? ਮੈਂ ਸਮਝਦੀ ਹਾਂ ਪਰਿਵਾਰਵਾਦ ਸਾਹਮਣੇ ਕਿਸੇ ਦੀ ਨਹੀਂ ਚੱਲੀ। ਬਲੱਡ ਇਜ਼ ਥਿਕਰ ਦੈਨ ਵਾਟਰ। ਜਿੱਥੇ ਖੂਨ ਦੀ ਗੱਲ ਆ ਗਈ, ਜਿੱਥੇ ਆਪਣੇ ਭਤੀਜੇ ਦੀ ਗੱਲ ਆ ਗਈ, ਉੱਥੇ ਫਿਰ ਸਾਰੀਆਂ ਚੀਜ਼ਾਂ ਹੀ ਨਜ਼ਰਅੰਦਾਜ਼ ਕਰ ਦਿੱਤੀਆਂ ਗਈਆਂ, ਭਾਵੇਂ ਉਹ ਫਿਰ ਕਿਸੇ ਵਫਾਦਾਰ ਵਰਕਰ ਦੀ ਪਾਰਟੀ ਪਿੱਛੇ ਕੀਤੀ ਹੋਈ ਜਦੋਜਹਿਦ ਸੀਗੀ ਜਾਂ ਮਿਹਨਤ ਸੀਗੀ, ਸਭ ਕੁਝ ਹੀ ਨਜ਼ਰਅੰਦਾਜ਼ ਹੋ ਗਿਆ। ਇੱਕ ਸਤਕਾਰ ਕੌਰ ਦੇ ਪਤੀ ਰੋਂਦੇ ਨੇ ਜੀ, ਜਗਮੋਹਨ ਕੰਗ ਮੀਡੀਆ ਸਾਹਮਣੇ ਆ ਕੇ ਬੋਲਦੇ ਨੇ, ਉਧਰ ਸਵਾਲ ਜਿਹੜੇ ਆ ਉਹ ਸਟਾਰਡਮ ਤੇ ਉੱਠਦੇ ਨੇ, ਸਿੱਧੂ ਮੂਸੇਵਾਲੇ ਤੇ ਕੀ ਕੁਆਲੀਫਿਕੇਸ਼ਨ ਹੈ, ਉਧਰ ਸਵਾਲ ਮਾਲਵਿਕਾ ਸੂਦ ਤੇ ਉੱਠਦੇ ਨੇ ਕੀ ਕੁਆਲੀਫਿਕੇਸ਼ਨ ਹੈ। ਹਾਲਾਂਕਿ ਸੋਨੂ ਸੂਦ ਨੇ ਕੰਮ ਬਹੁਤ ਵਧੀਆ ਕੀਤਾ। ਸੋ ਅਜਿਹੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਸਿਰਫ ਤੁਹਾਡੇ ਨਾਲ ਨਹੀਂ, ਬਹੁਤ ਲੋਕਾਂ ਨਾਲ ਮਾੜੀ ਹੋਈ? ਬਿਲਕੁਲ ਮੈਮ, ਮੈਂ ਕਿਸੇ ਦੇ ਵੀ ਅਗੇਂਸਟ ਜਾਂ ਮੈਮ ਆਈ ਐਮ ਵਨ ਆਫ ਦੋਜ਼ ਪੀਪਲ ਜਿਹਨੇ ਕਦੀ ਸੁਨਾਮ ਦੇ ਦਾਇਰੇ ਚੋਂ ਬਾਹਰ ਨਿਕਲ ਕੇ ਗੱਲ ਹੀ ਨਹੀਂ ਕੀਤੀ। ਸ਼ਾਇਦ ਮੈਨੂੰ ਲੱਗਦਾ ਹੈ ਕਿ ਅੱਜ ਮੇਰੀ ਸਭ ਤੋਂ ਵੱਡੀ ਕਮਜ਼ੋਰੀ ਵੀ ਇਹੀ ਰਹੀ ਹੈ ਕਿ ਮੈਂ ਆਈ ਵਾਸ ਵਨ ਆਫ ਦੋਜ਼ ਪੀਪਲ ਜਿਹਨੇ ਕਦੀ ਪਾਰਟੀ ਨੂੰ ਅੱਖਾਂ ਨਹੀਂ ਕੱਢੀਆਂ, ਕਦੀ ਪਾਰਟੀ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਕਦੀ ਵੀ ਪਾਰਟੀ ਦੇ ਦਿੱਤੇ ਹੋਏ ਜੋ ਹਦਾਇਤਾਂ ਹੁੰਦੀਆਂ ਸੀ ਉਸ ਤੋਂ ਇੰਚ ਵੀ ਬਾਹਰ ਨਹੀਂ ਮੈਂ ਗਈ, ਜਾਂ ਮੇਰਾ ਪਰਿਵਾਰ ਚੋਂ ਕਦੀ ਨਹੀਂ ਅਸੀਂ ਗਏ। ਪਰ ਅੱਜ ਮੈਨੂੰ ਲੱਗਦਾ ਕਿ ਮੁੱਲ ਵੀ ਉਹਨਾਂ ਦਾ ਪੈਂਦਾ ਜਿਹੜੇ ਅੱਖਾਂ ਕੱਢਦੇ ਆ, ਜਿਹੜੇ ਬਲੈਕਮੇਲ ਕਰਦੇ ਆ, ਜਿਹੜੇ ਡਰਾਵੇ ਦਿੰਦੇ ਆ। ਹੋ ਸਕਦਾ ਹੈ ਅਸੀਂ ਉਸ ਪਾਸੇ ਪਿੱਛੇ ਰਹਿ ਗਏ, ਪਰ ਅਸੀਂ ਕਦੀ ਵੀ ਪਾਰਟੀ ਦੀ ਸ਼ਾਨ ਜਾਂ ਪਾਰਟੀ ਦੇ ਖਿਲਾਫ ਜਾਣ ਬਾਰੇ ਸੋਚਿਆ ਵੀ ਨਹੀਂ ਸੀ। ਬਿਲਕੁਲ ਜ਼ਿਆਦਤੀ ਹੋਈ ਹੈ। ਜਿਹੜੀਆਂ ਤੁਸੀਂ ਸੀਟਾਂ ਦੀ ਗੱਲ ਕੀਤੀ ਹੈ, ਇੱਕ ਸਿਟਿੰਗ ਐਮਐਲਏ ਦੀ ਸੀਟ ਕੱਟ ਦੇਣੀ, ਇੱਕ ਮੰਤਰੀ ਦੀ, ਇੱਕ ਐਡੇ ਸੀਨੀਅਰ ਲੀਡਰ ਦੀ ਸੀਟ ਕੱਟ ਦੇਣੀ ਫॉर ਨਿਊ ਕਮਰਸ, ਫॉर ਪੀਪਲ ਜਿਨ੍ਹਾਂ ਦਾ ਪਾਰਟੀ ਪ੍ਰਤੀ ਕੋਈ ਕੰਟਰੀਬਿਊਸ਼ਨ ਨਹੀਂ। ਹਰ ਸੀਟ ਜਿੱਤਣ ਵਾਸਤੇ ਨਹੀਂ ਦਿੱਤੀ ਜਾਂਦੀ, ਹਰ ਟਿਕਟ ਜਿੱਤਣ ਵਾਸਤੇ ਨਹੀਂ ਦਿੱਤੀ ਜਾਂਦੀ। ਕੁਝ ਟਿਕਟਾਂ ਆਪਣੇ ਲੋਕਾਂ ਨੂੰ, ਜਿਹੜੇ ਲੋਕਾਂ ਨੇ ਪਾਰਟੀ ਪਿੱਛੇ ਦਿਨ ਰਾਤ ਇੱਕ ਕੀਤੀ ਹੈ, ਜਿਨ੍ਹਾਂ ਨੇ ਪਾਰਟੀ ਪਿੱਛੇ ਜਿਹੜੇ ਮਰੇ ਨੇ, ਜਿਨ੍ਹਾਂ ਨੇ ਆਪਣੇ ਪਰਿਵਾਰ ਕੁਰਬਾਨ ਕੀਤੇ ਹੈ, ਜਿਨ੍ਹਾਂ ਨੇ ਆਪਣਾ ਕੀਮਤੀ ਵਕਤ ਪਾਰਟੀ ਨੂੰ ਦਿੱਤਾ ਹੈ, ਉਹਨਾਂ ਦੀਆਂ ਟਿਕਟਾਂ ਬਿਨਾਂ ਕਿਸੇ ਕਾਰਨ ਕਰਕੇ ਇੱਕ ਬੰਦਾ ਜਿਹੜਾ 2 ਦਿਨ ਪਹਿਲਾਂ ਤੁਹਾਡੀ ਪਾਰਟੀ ਸ਼ਾਮਲ ਹੋਇਆ ਹੈ ਉਹਨੂੰ ਟਿਕਟ ਦੇ ਕੇ ਉਸਦਾ ਹੱਕ ਮਾਰ ਲੈਣਾ, ਇਹ ਤਾਂ ਫਿਰ ਕੈਡਰ ਨੂੰ ਬਿਲਕੁਲ ਹੀ ਇਹ ਦੱਸਣ ਦੀ, ਇੱਕ ਮੈਸੇਜ ਦੇਣ ਦੀ ਗੱਲ ਹੈ ਕਿ ਕੰਮ ਦਾ ਤਾਂ ਕੋਈ ਮੁੱਲ ਪੈਣਾ ਹੀ ਨਹੀਂ। ਤੁਹਾਨੂੰ ਲੱਗਦਾ ਨਹੀਂ ਕਿ ਕਾਂਗਰਸ ਹਾਈ ਕਮਾਨ ਕਿਸੇ ਤਰ੍ਹਾਂ ਦਾ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ, ਕਿਉਂਕਿ ਕਾਂਗਰਸ ਰਹਿ ਕਿੱਥੇ ਗਈ ਹੈ, ਕੁਝ ਸਟੇਟਸ ਹੈ। ਸੋ ਉਹਨਾਂ ਨੂੰ ਇਹ ਲੱਗਦਾ ਹੈਗਾ ਕਿ ਜੇ ਅਸੀਂ ਸਿੱਧੂ ਮੂਸੇਵਾਲਾ ਨੂੰ, ਜੇ ਅਸੀਂ ਮਾਲਵਿਕਾ ਸੂਦ ਨੂੰ, ਜੇ ਅਸੀਂ ਅਜਿਹੇ ਚਿਹਰਿਆਂ ਨੂੰ ਟਿਕਟ ਦੇ ਦਾਂਗੇ ਜਾਂ ਫਿਰ ਅਸੀਂ ਸਿੱਧੂ ਸਾਹਿਬ ਦੇ ਨਜ਼ਦੀਕੀਆਂ ਨੂੰ ਟਿਕਟ ਦੇ ਦਾਂਗੇ ਤਾਂ ਅਜਿਹਾ ਹੋਏਗਾ ਕਿ ਉਹ ਬੂਮ ਮਿਲੇਗਾ। ਮਤਲਬ ਲੋਕ ਜਿਹੜੇ ਨੇ ਉਹ ਅੱਜ ਕੱਲ ਇਹੀ ਕੁਝ ਪਸੰਦ ਕਰਦੇ ਆ। ਮੈਮ, ਮੈਂ ਇੱਕ ਨੌਜਵਾਨ ਹੋਣ ਦੇ ਨਾਤੇ ਐਂਡ ਇੱਕ ਐਸਾ ਨੌਜਵਾਨ ਜਿਹਨੇ ਕੰਮ ਕੀਤਾ, ਮੈਂ ਇਸ ਪ੍ਰੋਫੈਸ਼ਨ ਵਿੱਚ ਮੈਂ ਜਿੱਥੇ ਤੱਕ ਵੀ ਅੱਜ ਪਹੁੰਚੀ ਹਾਂ, ਜੇ ਅੱਜ ਤੁਸੀਂ ਵੀ ਮੇਰੀ ਇੰਟਰਵਿਊ ਜਾਂ ਮੇਰੇ ਨਾਲ ਗੱਲ ਕਰਨ ਪਹੁੰਚੇ ਹੋ ਤਾਂ ਇਹ ਮਕਾਮ ਮੈਂ ਆਪਣੀ ਮਿਹਨਤ ਨਾਲ ਹਾਸਿਲ ਕੀਤਾ। ਮੈਂ ਕਿਸੇ ਦੀ ਸਿਫਾਰਿਸ਼ ਕਰਕੇ ਇੱਥੇ ਨਹੀਂ ਆਈ, ਨਾ ਮੈਂ ਕਿਸੇ ਦੀ ਭੈਣ ਜਾਂ ਭਤੀਜੀ ਹਾਂ ਕਿ ਮੈਨੂੰ ਕਿਸੇ ਨੇ ਬਾਹ ਫੜ ਕੇ ਇੱਥੇ ਬਿਠਾਤਾ। ਮੈਂ ਜੇ NSUI ਦੀ ਸਟੇਟ ਪ੍ਰਧਾਨ ਰਹੀ ਸੀ, ਇਲੈਕਸ਼ਨ ਲੜ ਕੇ ਜਿੱਤ ਕੇ ਵੋਟਾਂ ਲੈ ਕੇ ਬਣੀ ਸੀ। ਜੇ ਮੈਂ ਵਾਈਸ ਪ੍ਰਧਾਨ 2 ਵਾਰ ਯੂਥ ਕਾਂਗਰਸ ਦੀ ਰਹੀ ਹਾਂ ਤਾਂ ਵੋਟਾਂ ਨਾਲ ਬਣੀ ਹੈ। ਜੇ ਮੈਂ ਨੈਸ਼ਨਲ ਸੈਕਟਰੀ ਬਣੀ ਹਾਂ ਇੰਡੀਅਨ ਯੂਥ ਕਾਂਗਰਸ ਦੀ, ਜੇ ਮੈਂ ਹਿਮਾਚਲ ਦੀ ਇੰਚਾਰਜ ਰਹੀ ਹਾਂ, ਜੇ ਉੱਥੇ ਬਾਈ ਇਲੈਕਸ਼ਨ ਵਿੱਚ ਇੰਨਾ ਵਧੀਆ ਰਿਜ਼ਲਟ ਤੁਸੀਂ ਪਿੱਛੇ ਦੇਖਿਆ ਹਿਮਾਚਲ ਵਿੱਚ, ਇਹ ਸਾਰਾ ਕੁਝ ਮਿਹਨਤ, ਦਿਨ ਰਾਤ ਘਰ-ਬਾਰ ਛੱਡ ਕੇ, ਬੱਚੇ ਛੱਡ ਕੇ, ਪਾਰਟੀ ਪਿੱਛੇ ਦਰ-ਦਰ ਦੀਆਂ ਠੋਕਰਾਂ ਖਾ ਕੇ ਹੀ ਇਹ ਮਕਾਮ ਹਾਸਲ ਹੋਇਆ। ਤੇ ਅੱਜ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਇੱਥੇ, ਜੇ ਪਾਰਟੀ ਤੁਸੀਂ ਕਿਹਾ ਕਿ ਬਲੈਕਮੇਲ ਜਾਂ ਪਾਰਟੀ ਜਿਹੜੀ ਡੈਮੇਜ ਕੰਟਰੋਲ ਕਰ ਰਹੀ ਹੈ, ਤਾਂ ਬਿਲਕੁਲ ਅਦਰਵਾਈਜ਼ ਇੱਕ ਮਿਹਨਤੀ ਵਰਕਰ ਦੀ ਟਿਕਟ ਕੱਟ ਕੇ ਇੱਕ ਕਿਸੇ ਐਸੇ ਬੰਦੇ ਨੂੰ ਦੇਤੀ ਜਾਂ ਉਸਦੇ ਭਤੀਜੇ ਨੂੰ ਦੇਤੀ ਜਿਹੜਾ ਸਿਰਫ ਇਹ ਡਰਾਵੇ ਦੇ ਰਿਹਾ ਸੀ ਕਿ ਮੈਂ ਛੱਡ ਜੂੰਗਾ ਜਾਂ ਮੈਂ ਹੋ ਸਕਦਾ ਮੈਂ ਪਾਰਟੀ ਬਦਲ ਲਵਾਂ, ਤਾਂ ਫਿਰ ਓਬਵੀਅਸਲੀ ਪਾਰਟੀ ਇਹ ਮਤਲਬ ਪਾਰਟੀ ਕੰਪਰੋਮਾਈਜ਼ ਹੀ ਕੀਤਾ ਪਾਰਟੀ ਨੇ ਆਪਣੇ ਰੂਲਸ ਨੂੰ ਛਿੱਕੇ ਟੰਗ ਕੇ। ਜੇ ਕਿਸੇ ਦੇ ਭਤੀਜੇ ਨੂੰ ਜਿਹੜੀਆਂ ਗੱਲਾਂ ਤੁਸੀਂ ਪਬਲਿਕਲੀ ਤੁਸੀਂ ਕਿਹਾ ਤੇ ਫਿਰ ਕਿਤੇ ਨਾ ਕਿਤੇ ਤਾਂ ਕੋਈ ਕੰਪਰੋਮਾਈਜ਼ ਹੀ ਹੋਇਆ। ਕੈਪਟਨ ਅਮਰਿੰਦਰ ਸਿੰਘ ਦਾ ਨਜ਼ਦੀਕੀ ਮੰਨਿਆ ਗਿਆ ਤੁਹਾਨੂੰ, ਇਹ ਕਿਹਾ ਗਿਆ ਕਿ
ਉਸ ਖੇਮੇ ਵੱਲ ਚ ਸੀਗੇ ਤੁਸੀਂ, ਉਸ ਖੇਮੇ ਚ ਸੀ ਤੁਸੀਂ, ਉਸ ਗੱਲ ਦਾ ਖਮਿਆਜ਼ਾ ਤੁਹਾਨੂੰ ਭੁਗਤਣਾ ਪਿਆ? ਨਹੀਂ ਮੈਮ, ਦੇਖੋ ਕੋਈ ਕੁਛ ਕਵੇ ਨਾ ਕਵੇ, ਅਸਲੀਅਤ ਨਾਲ ਤਾਂ ਵਾਕਫ ਮੈਂ ਹੀ ਆ ਨਾ। ਅਸਲੀਅਤ ਇਹ ਸੀਗੀ ਕਿ ਮੈਨੂੰ ਪਿਛਲੀ ਵਾਰ ਵੀ ਟਿਕਟ ਰਾਹੁਲ ਗਾਂਧੀ ਜੀ ਨੇ ਦਿੱਤੀ ਸੀ ਔਰ ਕੈਪਟਨ ਸਾਹਿਬ ਦੀ ਮਰਜ਼ੀ ਤੋਂ ਉਲਟ ਜਾ ਕੇ ਦਿੱਤੀ ਸੀ। ਕੈਪਟਨ ਸਾਹਿਬ ਉਸ ਟਾਈਮ ਵੀ ਕਿਸੇ ਹੋਰ ਨੂੰ ਇਸ ਸੀਟ ਤੋਂ ਲੜਾਉਣਾ ਚਾਹੁੰਦੇ ਸੀ ਔਰ ਮੈਨੂੰ ਟਿਕਟ ਇਸ ਲਈ ਦਿੱਤੀ ਗਈ ਸੀ, ਇਹ ਕਹਿ ਕੇ ਦਿੱਤੀ ਗਈ ਸੀ ਕਿ ਸੀ ਕੈਟੇਗਰੀ ਸੀਟ ਹੈ, ਇੱਥੇ ਤੁਹਾਨੂੰ ਕੰਮ ਕਰਨਾ ਪੈਣਾ ਹੈ, 5 ਸਾਲ ਤੁਸੀਂ ਕੰਮ ਕਰਿਓ ਤੇ ਅਗਲੀ ਵਾਰ ਤੁਸੀਂ ਜ਼ਰੂਰ ਇੱਥੇ ਪਾਰਟੀ ਵਾਸਤੇ ਵਧੀਆ ਰਿਜ਼ਲਟ ਪਾਰਟੀ ਨੂੰ ਖੜਾ ਕਰ ਸਕੋਗੇ। ਜਿਸ ਚੀਜ਼ ਨੂੰ ਮੈਂ ਲੜ ਬਣ ਕੇ 5 ਸਾਲ ਇੱਥੇ ਦਿਨ ਰਾਤ ਇੱਕ ਕੀਤੀ, ਮਿਹਨਤ ਕੀਤੀ। ਕੈਪਟਨ ਸਾਹਿਬ ਦਾ ਜਿਹੜਾ ਮੈਨੂੰ ਖੇਮੇ ਦਾ ਗਿਣਿਆ ਜਾਂਦਾ ਹੈ, ਕੈਪਟਨ ਸਾਹਿਬ ਸਾਡੀ ਪਾਰਟੀ ਦੇ ਲੀਡਰ ਸਨ, ਮੁੱਖ ਮੰਤਰੀ ਸਨ ਪੰਜਾਬ ਦੇ। ਹੁਣ ਇੱਕ ਵਿਅਕਤੀ ਨੇ ਜੇ ਆਪਣੇ ਇਲਾਕੇ ਦੇ ਕੰਮ ਕਰਵਾਉਣੇ ਹੈ, ਮੈਂ ਸੁਨਾਮ ਦਾ ਵਿਕਾਸ ਕਰਵਾਉਣਾ ਹੈ, ਸੁਨਾਮ ਵਿੱਚ ਊਧਮ ਸਿੰਘ ਜੀ ਦਾ ਮੈਮੋਰੀਅਲ ਜਿਹੜਾ 50 ਸਾਲਾਂ ਤੋਂ ਕੋਈ ਨਹੀਂ ਬਣਵਾ ਸਕਿਆ, ਜੇ ਅੱਜ ਉਹ ਇਸ ਧਰਤੀ ਤੇ ਬਣਿਆ ਤਾਂ ਉਹ ਇਸ ਕਰਕੇ ਬਣਿਆ ਕਿ ਮੈਂ ਕੈਪਟਨ ਸਾਹਿਬ ਦੀਆਂ ਮਿੰਨਤਾਂ ਕੀਤੀਆਂ, ਲਗਾਤਾਰ ਪੈਰਵੀ ਕੀਤੀ ਉਸ ਗੱਲ ਦੀ। 4-4 5-5 ਘੰਟੇ ਉੱਥੇ ਬੈਠ ਕੇ ਬਾਹਰ ਇੰਤਜ਼ਾਰ ਕਰਕੇ ਉਹਨਾਂ ਤੋਂ ਟਾਈਮ ਲੈ ਕੇ, ਸਮਾਂ ਲੈ ਕੇ ਚੀਜ਼ਾਂ ਮਨਜ਼ੂਰ ਕਰਵਾਈਆਂ ਸੁਨਾਮ ਵਾਸਤੇ। ਜੇ ਲੌਂਗੋਵਾਲ ਦਾ ਪੁਲ ਬਣਿਆ ਤਾਂ ਮੈਂ ਉਹਦੇ ਪਿੱਛੇ ਧੱਕੇ ਖਾਦੇ ਹੈ, ਮਿੰਨਤਾਂ ਕੀਤੀਆਂ। ਸੋ ਉਸ ਨੂੰ ਜੇ ਤੁਸੀਂ ਗਿਣੋ ਕਿ ਮੈਂ ਉਸ ਕਰਕੇ ਉਹਨਾਂ ਦੀ ਨਜ਼ਦੀਕੀ ਹੋ ਗਈ ਔਰ ਉਸ ਦਾ ਮੈਨੂੰ ਖਮਿਆਜ਼ਾ ਭੁਗਤਣਾ ਪਿਆ, ਤਾਂ ਮੈਂ ਤਾਂ ਫਿਰ ਇਹਦਾ ਮਤਲਬ ਆਪਣੇ ਇਲਾਕੇ ਦੇ ਲੋਕਾਂ ਦੀ ਸੇਵਾ ਕਰਨ ਦਾ ਖਮਿਆਜ਼ਾ ਭੁਗਤਿਆ। ਕੈਪਟਨ ਸਾਹਿਬ ਦਾ ਫੋਨ ਨਹੀਂ ਆਇਆ ਕਿ ਤੂੰ ਛੱਡ ਕਾਂਗਰਸ ਤੇ ਭਾਜਪਾ ਚ ਆ ਜਾ? ਨਹੀਂ, ਮੈਂ ਦੇਖੋ, ਮੈਂ ਜਿਵੇਂ ਤੁਹਾਨੂੰ ਪਹਿਲਾਂ ਕਿਹਾ, ਮੈਂ ਤੇ ਮੇਰੇ ਪਰਿਵਾਰ ਅਸੀਂ ਕੁਝ ਵੀ ਹੋ ਸਕਦੇ, ਅਸੀਂ ਕ੍ਰਿਤਗਨ ਨਹੀਂ ਹੋ ਸਕਦੇ। ਕੈਪਟਨ ਸਾਹਿਬ ਕੋਲ ਮੈਂ ਜਿੰਨੀ ਵਾਰ ਗਈ, ਇਲਾਕੇ ਦੇ ਲੋਕਾਂ ਦੀ ਪ੍ਰੋਬਲਮ ਲੈ ਕੇ ਗਈ, ਜਦੋਂ ਵੀ ਮੈਂ ਇੱਥੋਂ ਦੀ ਕੋਈ ਜਾਇਜ਼ ਮੰਗ ਉਹਨਾਂ ਤੱਕ ਲੈ ਕੇ ਗਈ, ਉਹਨਾਂ ਨੇ ਮੈਨੂੰ ਬਹੁਤ ਵਧੀਆ ਮੇਰੀ ਗੱਲ ਸੁਣੀ ਔਰ ਹਮੇਸ਼ਾ ਮੈਨੂੰ ਅਟੈਂਡ ਕੀਤਾ। ਕਦੀ ਵੀ ਮੈਂ ਉੱਥੋਂ ਨਿਰਾਸ਼ ਹੋ ਕੇ ਨਹੀਂ ਵਾਪਸ ਆਈ। ਮੈਂ ਹਮੇਸ਼ਾ ਜਿਹੜੀ ਚੀਜ਼ ਇੱਥੇ ਜੋ ਮੇਰੀ ਜਾਇਜ਼ ਇੱਥੋਂ ਦੀਆਂ ਮੰਗਾਂ ਸੀ, ਉਹਨਾਂ ਨੇ ਹਮੇਸ਼ਾ ਉਹਨਾਂ ਨੂੰ ਸੁਣਿਆ ਵੀ ਹੈ ਔਰ ਉਹਨਾਂ ਤੇ ਅਮਲ ਵੀ ਕੀਤਾ ਔਰ ਉਹਨਾਂ ਨੂੰ ਪੂਰਾ ਵੀ ਕੀਤਾ। ਤੇ ਫਿਰ ਮੈਂ ਕੈਪਟਨ ਸਾਹਿਬ ਨੂੰ ਚੰਗਾ ਕਿਉਂ ਨਾ ਕਵਾਂ, ਬਟ ਉਹ ਵੀ ਉਦੋਂ ਤੱਕ ਹੀ ਸੀ ਜਦੋਂ ਤੱਕ ਉਹ ਸਾਡੇ ਪਾਰਟੀ ਦੇ ਲੀਡਰ ਸੀ। ਜਿਸ ਦਿਨ ਉਹਨਾਂ ਨੇ ਪਾਰਟੀ ਛੱਡੀ, ਮੈਂ ਉਸ ਤੋਂ ਬਾਅਦ ਮੇਰਾ ਉਹਨਾਂ ਨਾਲ ਕੋਈ ਰਾਬਤਾ ਨਹੀਂ ਰਿਹਾ। ਹਾਂ, ਪਰ ਹੁਣ ਅੱਜ ਜਿਸ ਮੁਕਾਮ ਤੇ ਮੈਂ ਖੜੀ ਹਾਂ, ਜੇ ਅੱਜ ਮੈਨੂੰ ਹਲੇ ਤੱਕ ਤਾਂ ਕੈਪਟਨ ਸਾਹਿਬ ਵੱਲੋਂ ਕੋਈ ਨਹੀਂ ਹੋਈ ਗੱਲਬਾਤ ਨਹੀਂ ਹੋਈ, ਪਰ ਮੈਂ ਤਾਂ ਕਦੀ ਕੈਪਟਨ ਸਾਹਿਬ ਦੇ ਮਗਰ ਨਹੀਂ ਸੀ ਗਈ ਪਾਰਟੀ ਨੂੰ ਛੱਡ ਕੇ। ਰੋਏ ਤੁਸੀਂ? ਮੈਮ, ਰੋਣਾ ਤਾਂ ਦੇਖੋ, ਮੇਰੇ ਤੋਂ ਜ਼ਿਆਦਾ ਸਾਡੇ ਸਾਥੀ, ਸਾਡੇ ਉਹ ਲੋਕ ਜਿਹੜੇ ਸਾਡੇ ਪਰਿਵਾਰ ਦਾ ਹਿੱਸਾ ਹੈ, ਜਿਨ੍ਹਾਂ ਨੇ ਦਿਨ ਰਾਤ ਸਾਡੇ ਨਾਲ ਮਿਹਨਤ ਕੀਤੀ ਸੀ, ਅੱਖਾਂ ਤਾਂ ਕੱਲ ਸਾਰਿਆਂ ਦੀਆਂ ਭਰੀਆਂ ਹੋਈਆਂ ਸੀ, ਸਾਰੇ ਹੀ ਰੋ ਰਹੇ ਸੀਗੇ। ਤਾਂ ਫਿਰ ਓਬਵੀਅਸਲੀ ਸਾਰਿਆਂ ਨੂੰ ਦੇਖ ਕੇ ਆਪਣਾ ਵੀ ਮਨ ਖਰਾਬ ਹੁੰਦਾ, ਰੋਣਾ ਤਾਂ ਆਉਂਦਾ ਹੀ ਹੈ। ਤੇ ਜੇ ਅਸੀਂ ਤੁਹਾਡੇ ਤੋਂ ਤੁਹਾਡਾ ਨੈਕਸਟ ਪਲਾਨ ਪੁੱਛੀਏ, ਕੀ ਕਹੋਗੇ? ਮੈਂ ਕੱਲ ਵੀ ਲਾਈਵ ਹੋ ਕੇ ਇਹੀ ਗੱਲ ਦੱਸੀ ਸੀ ਕਿ ਜਿਹੜੇ ਅੱਜ ਜਦੋਂ ਪਾਰਟੀ ਨੇ ਮਿਹਨਤ ਦਾ ਮੁੱਲ ਨਹੀਂ ਪਾਇਆ, ਪਰ ਲੋਕਾਂ ਨੇ ਮਿਹਨਤ ਨੂੰ ਮੰਨਿਆ ਹੈ, ਲੋਕਾਂ ਨੇ ਮੇਰੇ ਕੰਮਾਂ ਦਾ ਮੁੱਲ ਪਾਇਆ ਹੈ ਔਰ ਲੋਕ ਅੱਜ ਵੀ ਸੁਨਾਮ ਦੇ ਹਰ ਵਿਅਕਤੀ, ਹਰ ਬੰਦਾ ਔਰ ਖਾਸ ਕਰਕੇ ਸਾਡੇ ਜਿਹੜੇ ਕਾਂਗਰਸੀ ਭੈਣ ਭਰਾ ਨੇ, ਸਾਡੇ ਆਗੂ ਨੇ, ਜਿਹੜੇ ਪਿੰਡਾਂ ਦੇ ਸਰਪੰਚ ਨੇ, ਅਹੁਦੇਦਾਰ ਨੇ, ਉਹ ਅੱਜ ਵੀ ਮੇਰੇ ਨਾਲ ਚਟਾਨ ਵਾਂਗ ਖੜੇ ਹੈ। ਤੇ ਅੱਜ ਜਦੋਂ ਉਹ ਮੇਰੇ ਨਾਲ ਖੜੇ ਆ ਤਾਂ ਮੇਰਾ ਵੀ ਪਹਿਲਾ ਫਰਜ਼ ਇਹ ਬਣਦਾ ਹੈ ਕਿ ਮੈਂ ਉਹਨਾਂ ਨੂੰ ਪੁੱਛਾਂ ਕਿ ਉਹ ਕੀ ਚਾਹੁੰਦੇ ਅੱਗੇ। ਜੇ ਉਹ ਚਾਹੁੰਦੇ ਆ ਕਿ ਉਹਨਾਂ ਦੀ ਇਹ ਭੈਣ, ਉਹਨਾਂ ਦੀ ਇਹ ਬੇਟੀ ਆਜ਼ਾਦ ਖੜੇ, ਤਾਂ ਮੈਂ ਆਜ਼ਾਦ ਖੜਾਂਗੀ। ਜੇ ਉਹ ਇਹ ਚਾਹੁੰਦੇ ਆ ਕਿ ਮੈਂ ਚੁੱਪ ਰਵਾਂ, ਤਾਂ ਮੈਂ ਚੁੱਪ ਰਵਾਂਗੀ। ਜੇ ਉਹ ਚਾਹੁੰਦੇ ਆ ਕਿ ਕਿਸੇ ਹੋਰ ਪਾਰਟੀ 'ਚ ਜਾਣਾ, ਕਿਉਂਕਿ ਮੈਂ ਤੁਹਾਨੂੰ ਦੱਸਿਆ ਮੇਰਾ ਮੇਨ ਮਕਸਦ ਹੈ ਸੁਨਾਮ, ਊਧਮ ਸਿੰਘ ਵਾਲਾ ਤੇ ਇੱਥੋਂ ਦੀ ਡਿਵੈਲਪਮੈਂਟ। ਉਹ ਕਿਸ ਤਰੀਕੇ ਮੈਂ ਨਿਰਵਿਘਨ ਔਰ ਵਧੀਆ ਤਰੀਕੇ ਨਾਲ ਕਰਵਾ ਸਕਦੀ ਹਾਂ, ਕਿਸ ਆਜ਼ਾਦ ਲੜ ਕੇ ਕਰਵਾ ਸਕਦੀ ਹੈ, ਜਾਂ ਮੈਂ ਕਿਸੇ ਹੋਰ ਪਾਰਟੀ ਦਾ ਲੜ ਫੜ ਕੇ ਕਰਵਾ ਸਕਦੀ ਹਾਂ, ਜਾਂ ਮੈਂ ਕਾਂਗਰਸ 'ਚ ਰਹਿ ਕੇ ਕਰਵਾ ਸਕਦੀ ਹਾਂ, ਇਹ ਡਿਸੀਜਨ ਹੁਣ ਅਸੀਂ ਆਉਣ ਵਾਲੇ ਸਮੇਂ 'ਚ ਲਵਾਂਗੇ। ਬਟ ਹਜੇ ਅਸੀਂ ਵੀ ਆਰ ਅਨਡਿਸਾਈਡਡ ਔਨ ਇਟ। ਅਸੀਂ ਸਾਰਾ ਕੁਝ ਕਿਸੇ ਹੋਰ ਤਰ੍ਹਾਂ ਨਾਲ ਪੁੱਛਦੀ ਹਾਂ। 2 ਦਿਨ ਹੋ ਗਏ ਦੂਜੀ ਲਿਸਟ ਆਏ ਨੂੰ, ਹੈ ਨਾ? ਤੇ ਮੈਂ ਜਦੋਂ ਤੁਹਾਡੇ ਘਰ ਆਈ ਤੇ ਉਦੋਂ ਵਰਕਰਸ ਬਹੁਤ ਸਾਰੇ ਬਾਹਰ ਬੈਠੇ ਹੋਏ, ਹੈ ਨਾ? ਤੇ ਇਹ ਜਿਹੜਾ ਵਕਤ ਹੈ, ਇਹ ਬਹੁਤ ਛੇਤੀ ਕਰਨ ਵਾਲਾ ਵਕਤ ਹੈ। ਇਸ ਵਕਤ ਜਿਹੜਾ ਡਿਸੀਜਨ ਲੈਣਾ ਪਏਗਾ, ਬਹੁਤ ਇਨਸਟੈਂਟ ਲੈਣਾ ਪਏਗਾ, ਵਕਤ ਹੈ ਨਹੀਂ ਜੀ। ਸੋ ਅਜਿਹੇ ਵਿੱਚ ਕੋਈ ਤਾਂ ਗੱਲ ਹੋਈ ਹੋਣੀ ਹੈ ਕਾਂਗਰਸ ਤੋਂ ਬਾਅਦ, ਜੇ ਕਿਸੇ ਪਾਰਟੀ ਵੱਲ ਝੁਕਾਅ ਹੈ ਤੇ ਉਹ ਕਿਹੜੀ ਪਾਰਟੀ ਹੈ? ਜ਼ਰੂਰੀ ਨਹੀਂ ਕਿ ਉਸ 'ਚ ਜਾਣਾ ਹੈ, ਪਰ ਤੁਹਾਨੂੰ ਜੋ ਲੱਗਦਾ ਹੈ ਕਿ ਇਹ ਚੇਂਜ। ਮੈਮ, ਹਲੇ ਮੈਂ ਤੁਹਾਨੂੰ ਦੱਸਿਆ ਨਾ, ਮੈਂ ਤਾਂ ਉਹਨਾਂ ਲੋਕਾਂ 'ਚੋਂ ਹਾਂ। ਮੈਂ ਉਹ ਲੋਕ ਵੀ ਦੇਖੇ ਨੇ ਜਿਨ੍ਹਾਂ ਦਾ ਲਿਸਟ 'ਚ ਨਾਮ ਨਹੀਂ ਆਇਆ ਤਾਂ ਅਗਲੇ ਦੂਜੇ ਦਿਨ ਹੀ ਜਾ ਕੇ ਕਿਸੇ ਹੋਰ ਪਾਰਟੀ 'ਚ ਰਲ ਗਏ, ਨਾਲ ਹੀ ਸਰੂਪਾ ਪਵਾ ਲਿਆ। ਮੈਂ ਕਦੀ ਉਹੇ ਜਿਹੇ ਆਪਣੇ ਆਪਸ਼ਨਸ ਜਾਂ ਮੈਂ ਉਵੇਂ ਵੈਂਚਰ ਆਊਟ ਕੀਤਾ ਹੀ ਨਹੀਂ ਸੀ।
ਕਿਉਂਕਿ ਮੈਨੂੰ ਆਸ ਹੀ ਨਹੀਂ ਸੀ, ਮੈਨੂੰ ਆਪਣੀ ਹਾਈ ਕਮਾਂਡ ਤੇ ਆਪਣੀ ਪਾਰਟੀ ਤੇ ਇੰਨਾ ਜ਼ਿਆਦਾ ਮਾਣ ਤੇ ਭਰੋਸਾ ਸੀ। ਬਟ ਅੱਜ ਸਿੰਸ ਮੈਨੂੰ ਮੇਰੀ ਪਾਰਟੀ ਨੇ ਇਸ ਮੋੜ ਤੇ ਲਿਆ ਕੇ ਖੜਾਤਾ ਹੈ ਤੇ ਅੱਜ ਹੁਣ ਮੈਂ ਸੋਚੂੰਗੀ ਕਿ ਮੈਂ ਕਿਸ ਪਾਸੇ ਜਾਵਾਂ, ਔਰ ਮੈਂ ਇਹ ਡਿਸੀਜਨ ਕਾਹਲੀ 'ਚ ਨਹੀਂ ਲੈਣਾ ਚਾਹੁੰਦੀ। ਮੈਂ ਪੂਰਾ ਸੋਚ ਸਮਝ ਕੇ ਡਿਸੀਜਨ ਲਵਾਂਗੀ, ਕਿਉਂਕਿ ਇਹ ਮੇਰੀ ਜ਼ਿੰਦਗੀ ਦੇ ਨਾਲ ਨਾਲ ਮੇਰੇ ਉਹਨਾਂ ਹਜ਼ਾਰਾਂ ਭੈਣ ਭਰਾਵਾਂ ਦੀ ਜ਼ਿੰਦਗੀ ਜਾਂ ਉਹਨਾਂ ਲਈ ਵੀ ਇੱਕ ਲਾਈਫ ਟਾਈਮ ਡਿਸੀਜਨ ਹੋਊਗਾ ਜਿਹੜੇ ਮੇਰੇ ਨਾਲ ਖੜੇ ਨੇ। ਸੋ ਮੇਰਾ ਅੱਜ ਇਕੱਲੀ ਦਾ ਰਿਸਪੌਂਸਿਬਿਲਿਟੀ ਨਹੀਂ ਹੈ, ਮੇਰੇ ਮੋਢਿਆਂ ਤੇ ਉਹਨਾਂ ਸਾਰਿਆਂ ਦੀ ਜ਼ਿੰਮੇਵਾਰੀ ਵੀ ਨਾਲ ਹੈ ਕਿ ਮੈਂ ਉਹਨਾਂ ਨੂੰ ਜਿਉਂਦੇ ਰੱਖਣਾ। ਮੈਂ ਅੱਜ ਮੇਰੇ ਨਾਲੋਂ ਜ਼ਰੂਰੀ ਉਹ ਨੇ ਜਿਹੜੇ ਮਰੇ ਨੇ ਮੇਰੇ ਪਿੱਛੇ, ਜਿਨ੍ਹਾਂ ਨੇ ਲੜਾਈਆਂ ਕੀਤੀਆਂ, ਪਿੰਡ 'ਚ ਭਿੜੇ ਨੇ, ਫਿਰੇ ਆ, ਗਲੀਆਂ 'ਚ ਫਿਰੇ ਨੇ, ਨਾਰੇ ਲਾਏ ਆ, ਸਟਿੱਕਰ ਚਿਪਕਾਏ ਆ, ਜਿਨ੍ਹਾਂ ਨੇ ਦਿਨ ਰਾਤ ਆਪਣੀ ਭੈਣ ਪਿੱਛੇ ਕੀਤਾ। ਅੱਜ ਮੇਰੇ ਮੋਢਿਆਂ ਤੇ ਉਹਨਾਂ ਦੀ ਜ਼ਿੰਮੇਵਾਰੀ ਹੈ। ਸੋ ਇਹ ਡਿਸੀਜਨ ਕਿਸੇ ਹੋਰ ਪਾਰਟੀ 'ਚ ਜਾਣਾ ਜਾਂ ਨਹੀਂ ਜਾਣਾ ਜਾਂ ਕਿਹਨੂੰ ਪ੍ਰੈਫਰ ਕਰਦੇ ਆ, ਐਵਰੀਥਿੰਗ ਵੁੱਡ ਬੀ ਡਿਸਾਈਡਡ ਔਨ ਦ ਬੇਸਿਸ ਕਿ ਉਹਨਾਂ ਨੂੰ ਉਹਨਾਂ ਦਾ ਰਿਸਪੈਕਟ, ਆਦਰ, ਮਾਨ ਸਨਮਾਨ ਕਿੱਥੇ ਮਿਲੂਗਾ। ਜੇ ਅਸੀਂ, ਕਿਉਂਕਿ ਇੱਥੇ ਤੁਸੀਂ ਵਿਕਾਸ ਦੀ ਗੱਲ ਕਰਦੇ ਹੋ, ਤੁਸੀਂ ਉਹਨਾਂ ਚੋਂ ਜਿਨ੍ਹਾਂ ਨੇ, ਜਿਹੜੇ ਕਹਿੰਦੇ ਆ, ਦਾਵਾ ਕਰਦੇ ਆ ਕਿ ਉਹ ਉਹਨਾਂ ਨੂੰ ਸੁਨਾਮ ਦੇ ਬਾਹਰ ਦਾ ਕੁਝ ਪਤਾ ਨਹੀਂ, ਉਹ ਸੁਨਾਮ 'ਚ ਹੀ ਰਹਿੰਦੇ ਆ, ਸੁਨਾਮ 'ਚ ਹੀ ਵਿਚਰਦੇ ਆ, ਸੁਨਾਮ ਦੇ ਲੋਕਾਂ ਦੇ ਕੰਮ ਕਰਦੇ ਆ। ਸੋ ਕਿਹੜੇ ਕੰਮ ਮੰਨਦੇ ਹੋ ਕਿ ਜੇ ਤੁਹਾਡੇ ਹੱਥ ਕਿਸੇ ਤਰ੍ਹਾਂ ਵੀ, ਭਾਵੇਂ ਤੁਸੀਂ ਆਜ਼ਾਦ ਹੋ ਜਾਂ ਕਿਸੇ ਹੋਰ ਪਾਰਟੀ ਦੇ ਨਾਲ ਹੋ ਜਾਂ ਕਿਸੇ ਤਰ੍ਹਾਂ ਵੀ ਤੁਸੀਂ ਅੱਗੇ ਆਉਂਦੇ ਹੋ, ਮੂਹਰੇ ਆਉਂਦੇ ਹੋ, ਤੇ ਕਿਹੜੇ ਕੰਮ ਜਿਹੜੇ ਆ ਮੇਰੇ ਤਾਂ ਮੈਮ ਕੰਮ, ਮੈਂ ਸੁਨਾਮ ਤਾਂ ਮੈਨੂੰ ਸੁਪਨਿਆਂ 'ਚ ਵੀ ਸੁਨਾਮ ਤੇ ਸੁਨਾਮ ਦੇ ਕੰਮ ਹੀ ਨਜ਼ਰ ਆਉਂਦੇ ਆ। ਤੇ ਮੈਂ ਤਾਂ ਆਏ ਨੋ ਪੁੱਲ ਬਣ ਗਿਆ, ਮੈਮੋਰੀਅਲ ਬਣ ਗਿਆ, ਵਾਟ ਨੈਕਸਟ? ਹਾਂ, ਵਾਟ ਨੈਕਸਟ? ਸੁਨਾਮ ਦੀ ਸਭ ਤੋਂ ਜ਼ਰੂਰੀ ਇਸ ਵੇਲੇ ਜ਼ਰੂਰਤ ਸੁਨਾਮ ਨੂੰ ਹੈਗੀ ਹੈ, ਤੇ ਉਹ ਇਹ ਹੈ ਕਿ ਸੁਨਾਮ ਸ਼ਹਿਰ ਵਿੱਚ ਕੋਈ ਪਾਰਕਿੰਗ ਨਹੀਂ ਹੈਗੀ। ਓਕੇ। ਸੁਨਾਮ ਵਿੱਚ ਜਗ੍ਹਾ ਬਹੁਤ ਪਈ ਹੈ, ਜਿਹੜੀ ਕਿ ਪਿਛਲੇ ਲੀਡਰਾਂ ਦੀ ਮੈਂ ਕਹੂੰਗੀ ਕਮਜ਼ੋਰੀ ਰਹੀ ਜਾਂ ਉਹਨਾਂ ਦੀ ਮਿਲੀ ਭੁਗਤ ਸੀਗੀ, ਜਿਹਦੇ ਤੇ ਨਜਾਇਜ਼ ਕਬਜ਼ੇ ਹੋ ਰਹੇ ਨੇ। ਉਸ ਨੂੰ ਰੁਕਵਾ ਕੇ ਉਹ ਜਗ੍ਹਾ ਨੂੰ ਪਾਰਕਿੰਗ ਵਿੱਚ ਕਨਵਰਟ ਕਰਵਾਉਣਾ ਮੇਰੀ ਫਰਸਟ ਐਂਡ ਫੋਰਮੋਸਟ ਪ੍ਰੋਮਿਸ ਹੈ ਲੋਕਾਂ ਦੇ ਨਾਲ, ਔਰ ਮੈਂ ਉਸ ਨੂੰ ਕਰਵਾਉਂਗੀ, ਭਾਵੇਂ ਮੈਂ ਤਾਕਤ 'ਚ ਹੋਵਾਂ ਜਾਂ ਨਾ ਹੋਵਾਂ, ਕਿਉਂਕਿ ਉਹ ਲੀਗਲ ਬੈਟਲ ਹੈ, ਉਹ ਮੈਂ ਲੜੂੰਗੀ। ਔਰ ਉਹ ਜਿੰਨਾ ਕੁ ਉਹਦੇ 'ਚ ਮੈਨੂੰ ਪੋਲੀਟੀਕਲ ਮਦਦ ਦੀ ਲੋੜ ਹੋਊਗੀ, ਉਹਨੇ ਜੋਗੀ ਮੈਂ ਹੈਗੀ ਆ, ਉਹ ਮੈਂ ਕਿਸੇ ਨਾ ਕਿਸੇ ਤਰੀਕੇ ਲੈ ਕੇ ਤੇ ਮੈਂ ਉਹ ਕੰਮ ਤਾਂ ਕਰਵਾਉਣਾ ਹੀ ਕਰਵਾਉਣਾ। ਪਾਰਟੀ ਹੋਏ ਨਾ ਹੋਏ, ਸੇਵਾ ਜਾਰੀ ਰਹੇਗੀ। ਸੇਵਾ ਜਾਰੀ ਰਹੇਗੀ। ਮੈਂ ਅੱਜ ਦੁਪਹਿਰ ਨੂੰ ਡੰਪ ਚਕਾ ਰਹੀ ਹਾਂ ਜੀ, ਇਹਦਾ ਜਿਹੜਾ ਮੇਨ ਸੀਤਾਸਰ ਰੋਡ ਹੈ, ਅੱਜ ਮੈਂ ਉਹ ਡੰਪ ਸਿਰਫ ਟਿਕਟ ਲੈਣ ਵਾਸਤੇ ਜਾਂ ਵੋਟਾਂ ਦੇ ਮਕਸਦ ਨਾਲ ਨਹੀਂ ਸੀ ਚਕਾ ਰਹੀ। ਇਹ ਮੇਰਾ ਸ਼ਹਿਰ ਹੈ ਔਰ ਇਸ ਦੀ ਸਫਾਈ ਮੇਰਾ ਕਰਤੱਵਯ ਵੀ ਹੈ, ਮੇਰੀ ਡਿਊਟੀ ਹੈ। ਤੇ ਅੱਜ ਟਿਕਟ ਨਾ ਮਿਲਣ ਦੇ ਬਾਵਜੂਦ ਵੀ ਦਾਮਨ ਬਾਜਵਾ ਤੁਹਾਨੂੰ ਸੜਕਾਂ ਤੇ ਕੂੜੇ ਦੇ ਢੇਰ ਚੁਕਵਾਉਂਦੀ ਹੀ ਨਜ਼ਰ ਆਊਗੀ। ਆਰਮੀ ਬੈਕਗਰਾਉਂਡ ਤੋਂ ਤਾਂ ਕਰਕੇ ਕਿਤੇ ਨਾ ਇਨਸਾਫੀ ਜਿਹੜੀ ਹੈ ਉਹ ਜ਼ਿਆਦਾ ਪਸੰਦ ਨਹੀਂ ਆਉਂਦੀ ਜੀ, ਕਿਉਂਕਿ ਤੁਸੀਂ ਦੱਸ ਰਹੇ ਸੀ ਕਿ ਤੁਹਾਡੇ ਫਾਦਰ ਜੀ, ਫਿਰ ਉਸ ਤੋਂ ਬਾਅਦ ਤੁਸੀਂ ਫੈਮਿਲੀ ਬਾਰੇ ਆਪ ਹੀ ਦੱਸੋ। ਬਿਲਕੁਲ, ਮੇਰੇ ਫਾਦਰ ਸਾਹਿਬ ਵੀ ਆਰਮੀ 'ਚ ਉਹਨਾਂ ਨੇ ਸਰਵਿਸ ਕੀਤੀ ਹੈ, ਹੀ ਇਜ਼ ਅ ਰਿਟਾਇਰਡ ਆਰਮੀ ਆਫਸਰ। ਮੇਰੇ ਦਾਦਾ ਜੀ ਆਰਮੀ 'ਚ ਰਹੇ ਨੇ, ਹੀ ਵਾਜ਼ ਆਲਸੋ ਐਨ ਆਰਮੀ ਆਫਸਰ। ਮੇਰੇ ਤਾਇਆ ਜੀ ਫਰੋਮ ਦੀ ਇੰਡੀਅਨ ਆਰਮੀ, ਐਂਡ ਮੇਰੇ ਇਨ-ਲॉज ਵਾਲੇ ਪਾਸੇ ਵੀ ਮੇਰੇ ਫਾਦਰ ਇਨ ਲॉ ਵਾਜ਼ ਇਨ ਦੀ 에ਅਰ ਫੋਰਸ, ਹੀ ਇਜ਼ ਨੋ ਮੋਰ, so but he served in the Indian Air Force. ਮੇਰੇ ਹਸਬੈਂਡ ਦੇ ਸਭ ਤੋਂ ਵੱਡੇ ਤਾਇਆ ਜੀ was in the medical corps ਜਿਹੜੀ ਹੁੰਦੀ ਹੈ, ਐਂਡ 에ਅਰ ਫੋਰਸ ਵਿੱਚ 에ਅਰ ਮਾਰਸ਼ਲ ਰਿਟਾਇਰ ਹੋਏ ਨੇ। he was the personal physician to the Prime Minister of India at that time. ਮੇਰੇ ਹਸਬੈਂਡ ਦੇ ਦੂਸਰੇ ਤਾਇਆ ਜੀ was a major general, and another ਤਾਇਆ ਜੀ was also in the army. So ਮਤਲਬ both of us, me and my husband, ਸਾਡਾ ਤਾਂ ਦੋਨਾਂ ਦਾ ਡਿਫੈਂਸ ਬੈਕਗਰਾਉਂਡ ਹੈ, ਔਰ ਅਸੀਂ ਇੱਕ ਪ੍ਰੋਪਰ ਫੌਜੀ ਪਰਿਵਾਰ ਚੋਂ ਸੰਬੰਧ ਰੱਖਦੇ ਹਾਂ। ਸਾਡੇ ਤਾਂ ਘਰੇ ਕਦੀ ਕਿਸੇ ਨੇ ਮੈਂਬਰ ਪੰਚਾਇਤ ਦੀ ਚੋਣ ਤੱਕ ਨਹੀਂ ਸੀ ਲੜੀ ਜਾਂ ਉਮਰ ਕੀ ਹੈ ਤੁਹਾਡੀ? I am 33. 33 ਯੈਸ ਮੈਮ। ਸੋ ਯੂਥ ਦੇ ਬੜੇ ਮਸਲੇ ਹੁੰਦੇ ਆ, ਤੇ ਇੰਨੀ ਛੋਟੀ ਉਮਰ ਵਿੱਚ ਜੇ ਸਿਆਸਤ 'ਚ ਹੋ, ਮੈਂ ਤਾਂ ਇਹ ਕਹਿੰਦੀ ਸੀਗੀ ਕਿ 45 ਸਾਲ ਤੋਂ ਥੱਲੇ, ਮੈਂ ਤਾਂ 45 ਇਜ਼ ਅ ਵੈਰੀ ਲੌਂਗ ਰੋਪ ਦੈਟ ਆਈ ਐਮ ਗਿਵਿੰਗ ਟੂ ਦ ਪਾਰਟੀ। ਤੁਸੀਂ ਮੈਨੂੰ ਇਹ ਦੱਸੋ, 45 ਸਾਲ ਤੋਂ ਥੱਲੇ ਤੁਸੀਂ ਕਿਹੜੀ ਔਰਤ ਨੂੰ ਲੜਾ ਰਹੇ ਹੋ? ਇੱਕ ਪਾਸੇ ਤੁਸੀਂ ਲੜਕੀ ਹੂੰ ਲੜ ਸਕਤੀ ਹੂੰ ਦਾ ਨਾਰਾ ਦੇ ਰਹੇ ਹੋ, ਦੂਜੇ ਪਾਸੇ ਤੁਸੀਂ ਲੜਕੀਆਂ ਨੂੰ ਹੀ ਜਿਹੜੀਆਂ ਲੜ ਸਕਦੀਆਂ ਉਹਨਾਂ ਨੂੰ ਹੀ ਕੱਟ ਕੇ ਘਰੇ ਬਿਠਾ ਰਹੇ ਹੋ, ਤੇ ਫਿਰ ਕਿੱਥੇ ਪਾਰਟੀ ਦੀ ਆਈਡੀਓਲੋਜੀ ਸਟੈਂਡ ਕਰਦੀ ਹੈ? ਵੇਅਰ ਡਜ਼ ਇਟ ਗੋ? ਉਧਰ ਆਮ ਆਦਮੀ ਪਾਰਟੀ ਤੇ ਭਰਾਜ ਤੇ ਜਿਹੜਾ ਹੈ, ਉਧਰ ਡਾਕਟਰ ਅਮਨ ਤੇ ਛੋਟੀਆਂ ਉਮਰ ਦੀਆਂ, ਤੁਹਾਡੀ ਉਮਰ ਦੀਆਂ ਕੁੜੀਆਂ ਹੈਗੀਆਂ, ਤੁਹਾਡੇ ਤੋਂ ਵੀ ਛੋਟੀਆਂ ਹੈਗੀਆਂ, ਉਸ ਤੇ ਵਿਸ਼ਵਾਸ ਕਰ ਰਹੀ ਹੈ? ਉਹਨਾਂ ਤੇ ਲੋਕ ਕਰ ਰਹੇ ਆ, ਆਮ ਆਦਮੀ ਪਾਰਟੀ ਕਰ ਰਹੀ ਹੈ ਵਿਸ਼ਵਾਸ, ਉਹ ਉਤਾਰ ਰਹੀ ਹੈ।
ਮੇਰੀ ਲੜਾਈ ਅਕ੍ਰੋਸ ਪਾਰਟੀ ਲਾਈਨਸ ਹੈ। ਜੇ ਅੱਜ ਵੀ ਮੈਂ ਮੀਡੀਆ ਦੇ ਸਾਹਮਣੇ ਕੋਈ ਗੱਲ ਰੱਖ ਰਹੀ ਹਾਂ, ਮੈਂ ਕੋਈ ਬਗਾਵਤੀ ਸੁਰ ਕਰਕੇ ਨਹੀਂ, ਮੈਂ ਆਵਾਜ਼ ਉਠਾਉਣਾ ਚਾਹੁੰਦੀ ਹਾਂ ਉਹਨਾਂ ਨੌਜਵਾਨਾਂ ਵਾਸਤੇ, ਉਹਨਾਂ ਲੋਕਾਂ ਵਾਸਤੇ ਜਿਹੜੇ ਸਧਾਰਨ ਘਰਾਂ ਚੋਂ ਸੰਬੰਧ ਰੱਖਦੇ ਆ, ਜਿਹੜੇ ਘਸ ਕੇ ਇੱਥੇ ਤੱਕ ਆਏ ਆ। ਯੂ ਡੋਂਟ ਨੋ ਪੋਲਿਟਿਕਸ ਕੀ ਕੁਛ ਮੰਗਦੀ ਹੈ। ਘਰ ਫੂਕ ਕੇ ਤਮਾਸ਼ਾ ਦੇਖਣ ਵਾਲੀ ਗੱਲ ਹੈ। ਬੱਚਾ ਮੇਰਾ 3 ਸਾਲ ਦਾ, ਮੈਂ ਇੱਕ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੂੰਗੀ that my son was born on 11th July 2018 ਤੇ ਮੈਂ ਫੀਲਡ ਤੇ ਸੀ till 7th July 2018। 11 ਜੁਲਾਈ ਨੂੰ ਮੇਰਾ ਆਪਰੇਸ਼ਨ ਹੁੰਦਾ, ਮੇਰਾ ਬੇਟਾ ਸਵੇਰੇ 9:30 ਵਜੇ ਪੈਦਾ ਹੁੰਦਾ ਤੇ 31 ਜੁਲਾਈ ਰਾਈਟ 20 ਡੇਜ਼ ਬਾਅਦ ਮੈਂ ਸਟੇਜ ਤੇ ਸੀਗੀ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜਾ ਜਿਹੜਾ ਸਟੇਟ ਫੰਕਸ਼ਨ ਹੁੰਦਾ ਹੈ, ਸਪੀਚ ਦਿੰਦੇ ਹੋਏ। ਮਤਲਬ ਇੱਥੋਂ ਤੱਕ ਮੈਂ ਪਾਰਟੀ ਪਿੱਛੇ ਜਾਂ ਕਹਿ ਲਓ ਕਿ ਸਿਆਸਤ ਵਿੱਚ ਮੈਂ ਇੱਥੋਂ ਤੱਕ ਕਸੀ ਹੈਗੀ ਆ, ਮੈਂ ਮਿਹਨਤ ਕੀਤੀ ਹੈ। ਤੇ ਅੱਜ ਇੰਨੀ ਮਿਹਨਤ ਦੇ ਬਾਵਜੂਦ ਇੱਕ ਐਮਐਲਏ ਦੇ ਭਤੀਜਾ ਆ ਕੇ ਤੁਹਾਡੇ ਹੱਕ ਤੇ ਡਾਕਾ ਮਾਰ ਲਵੇ, ਇੱਕ ਕਿਸੇ ਵੱਡੇ ਲੀਡਰ ਦਾ ਝੋਲੀ ਚਾਕੀ ਮੈਂ ਕਹੂੰਗੀ, ਉਹ ਆ ਕੇ ਕਈ ਨੌਜਵਾਨਾਂ ਦੇ, ਪ੍ਰਿਤਪਾਲ ਬਡਲਾ ਸਾਡੇ ਮਹਿਲਾ ਕਾਂਗਰਸ ਦੇ ਆਗੂ ਸਨ, ਉਹ ਅਮਰਗੜ੍ਹ ਤੋਂ ਤਿਆਰੀ ਕਰ ਰਹੇ ਸੀਗੇ। ਗੁਰਜੋਤ ਢੀਂਡਸਾ ਸਾਡੇ ਯੂਥ ਕਾਂਗਰਸ ਦੇ ਅਹੁਦੇਦਾਰ ਸੀਗੇ, ਉਹ ਅਮਰਗੜ੍ਹ ਤੋਂ ਲੰਮੇ ਸਮੇਂ ਤੋਂ ਤਿਆਰੀ ਕਰ ਰਹੇ ਸੀ, ਪਿਛਲੀ ਵਾਰ ਵੀ ਟਿਕਟ ਮੰਗ ਰਹੇ ਸੀ। ਕੀ ਗੱਲ ਪਾਰਟੀ ਨੂੰ ਕੋਈ ਵੀ ਨਜ਼ਰ ਨਹੀਂ ਆਇਆ? ਮਾਈ ਰੂਪ ਕੌਰ ਸੀਗੇ, ਉਹ ਇੰਨੇ ਲੰਮੇ ਸਮੇਂ ਤੋਂ ਉਸ ਪਰਿਵਾਰ ਨੇ ਕਾਂਗਰਸ ਪਿੱਛੇ ਮਿਹਨਤ ਕੀਤੀ ਹੈ, ਕੋਈ ਵੀ ਨਜ਼ਰ ਨਹੀਂ ਆਇਆ। ਇੱਕ ਬਾਹਰਲਾ ਵਿਅਕਤੀ ਹੀ ਤੁਹਾਨੂੰ ਨਜ਼ਰ ਆਇਆ ਲਿਆ ਕੇ ਅਮਰਗੜ੍ਹ ਲੜਾਉਣ ਵਾਸਤੇ। ਤੇ ਪਹਿਲੇ ਤਾਂ ਮੇਰਾ ਸਵਾਲ ਪਾਰਟੀ ਨੂੰ ਇਹ ਹੈ ਕਿ ਜਿਹੜੇ ਅਮਰਗੜ੍ਹ ਤੋਂ ਸਿਟਿੰਗ ਐਮਐਲਏ ਸੀਗੇ ਉਹ ਉੱਥੋਂ ਭੱਜੇ ਕਿਉਂ, ਤੇ ਤੁਸੀਂ ਭੱਜਣ ਦਿੱਤੇ ਕਿਉਂ? ਕੀ ਉਹ ਜਵਾਬਦੇਹੀ ਤੋਂ ਡਰਦੇ ਸੀ? ਕੀ ਉਹ ਲੋਕਾਂ ਵਿੱਚ ਦੁਬਾਰਾ ਲੋਕਾਂ ਦੀ ਕਚਹਿਰੀ 'ਚ ਜਾ ਕੇ ਵੋਟ ਮੰਗਣ ਤੋਂ ਡਰਦੇ ਸੀਗੇ? ਅੱਜ ਉਹ ਹਲਕਾ ਛੱਡ ਕੇ ਸੁਨਾਮ ਦੇ ਵਿੱਚ ਆ ਗਏ ਤੇ ਸੁਨਾਮ ਦੇ ਲੋਕੀ ਉਹਨਾਂ ਤੋਂ ਕੀ ਆਸ ਰੱਖ ਸਕਦੇ? ਇਸ ਵਕਤ ਤੇ ਸਪੋਰਟ ਤੁਹਾਡੇ ਅਕੋਰਡਿੰਗ ਤੁਹਾਡੇ ਕੋਲ ਬਹੁਤ ਹੈ, ਪਰ ਸਪੋਰਟ ਚਾਹੀਦੀ ਵੀ ਹੁੰਦੀ ਹੈ। ਸੋ ਇੰਡੀਆ 'ਚ ਤੁਹਾਨੂੰ ਵਿਊਅਰਸ ਦੇਖ ਰਹੇ ਆ, ਜਿਹੜੇ ਐਨਆਰਆਈ ਵਿਊਅਰਸ ਆ, ਉਹਨਾਂ ਵਾਸਤੇ ਜਾਂਦੇ ਇੱਕ ਸੰਦੇਸ਼ ਦਿਓ ਜੀ। ਮੈਂ ਤਾਂ ਸਾਰੇ ਹੀ ਤੁਹਾਡੇ ਵਿਊਅਰਸ ਨੂੰ ਇਹ ਕਹਿਣਾ ਚਾਹੂੰਗੀ ਕਿ ਇਹ ਸਿਸਟਮ ਦੀ ਜਿਹੜੀ ਆਪਾਂ ਲੜਾਈ ਲੜ ਰਹੇ ਹਾਂ, ਸਿਸਟਮ ਉਦੋਂ ਹੀ ਬਦਲਿਆ ਜਾ ਸਕਦਾ ਹੈ ਜਦੋਂ ਆਪਾਂ ਇਸ ਸਿਸਟਮ ਵਿੱਚ ਇੱਕ ਹਿੱਸਾ ਬਣਦੇ ਹਾਂ, ਇਸ ਦੇ ਵਿੱਚ ਹਿੱਸੇਦਾਰੀ ਪਾਉਂਦੇ ਹਾਂ। ਘਰੇ ਬਹਿ ਕੇ ਡਰਾਇੰਗ ਰੂਮ ਵਿੱਚ ਡਿਸਕਸ਼ਨ ਕਰਕੇ ਜਾਂ ਆਪਸ ਵਿੱਚ ਡਿਬੇਟ ਕਰਕੇ ਕੋਈ ਸਿਸਟਮ ਜਾਂ ਕਿਸੇ ਵੀ ਚੀਜ਼ ਦਾ ਬਦਲਾਵ ਨਹੀਂ ਲਿਆਇਆ ਜਾ ਸਕਦਾ ਜਦ ਤੱਕ ਆਪਾਂ ਆਪ ਉਹਦੇ ਵਿੱਚ ਹਿੱਸੇਦਾਰੀ ਨਹੀਂ ਪਾਉਂਦੇ। ਸੋ ਮੇਰੀ ਤਾਂ ਦੇਸ਼ ਔਰ ਵਿਦੇਸ਼ 'ਚ ਬੈਠੇ ਸਾਰੇ ਮੇਰੇ ਸਾਥੀਆਂ ਨੂੰ ਇਹੀ ਰਿਕੁਐਸਟ ਹੈ ਕਿ ਇਹ ਸਿਸਟਮ ਉਦੋਂ ਬਦਲੂਗਾ ਜਦੋਂ ਤੁਹਾਡੇ ਮੇਰੇ ਵਰਗੇ ਸਿਆਸਤ ਵਿੱਚ ਆਉਣਗੇ। ਅਸੀਂ ਜਦੋਂ ਉਸ ਲੈਵਲ ਤੇ, ਉਸ ਪੋਜੀਸ਼ਨਸ ਤੇ ਪਹੁੰਚਾਂਗੇ, ਉਨੀ ਕੁ ਤਾਕਤ ਸਾਡੇ ਕੋਲ ਹੋਊਗੀ ਕਿ ਅਸੀਂ ਵੀ ਕਿਤੇ ਆਪਣਾ ਕੋਈ ਸਾਡੇ ਕਲਮ ਵਿੱਚ ਵੀ ਤਾਕਤ ਹੋਊਗੀ ਕਿ ਅਸੀਂ ਵੀ ਕੋਈ ਜਿਹੜੀ ਬਦਲਾਵ ਅਸੀਂ ਦੇਖਣਾ ਚਾਹੁੰਦੇ ਹਾਂ, ਅਸੀਂ ਉਸ ਨੂੰ ਲਿਆ ਸਕਦੇ ਹਾਂ, ਅਸੀਂ ਉਸ ਵਾਸਤੇ ਆਵਾਜ਼ ਉਠਾ ਸਕਦੇ ਹਾਂ, ਲੜਾਈ ਲੜ ਸਕਦੇ ਹਾਂ। ਸੋ ਅੱਜ ਜਿਹੜੀਆਂ ਪਾਰਟੀਜ਼ ਨੈਪੋਟਿਜ਼ਮ ਵਿੱਚ ਬਿਲੀਵ ਕਰ ਰਹੀਆਂ, ਜਿਹੜੀਆਂ ਪਾਰਟੀਜ਼ ਪਰਿਵਾਰਵਾਦ ਵਿੱਚ ਬਿਲੀਵ ਕਰ ਰਹੀਆਂ, ਅੱਜ ਸਾਨੂੰ ਸਾਰਿਆਂ ਨੂੰ ਅਕ੍ਰੋਸ ਪਾਰਟੀ ਲਾਈਨਸ ਇਸ ਚੀਜ਼ ਦਾ ਇਕੱਠੇ ਹੋ ਕੇ ਇਸ ਦੇ ਖਿਲਾਫ ਆਵਾਜ਼ ਉਠਾਉਣ ਦੀ ਲੋੜ ਹੈ। ਔਰ ਮੈਂ ਤਾਂ ਹਮੇਸ਼ਾ ਉਠਾਉਂਦੀ ਰਹੂੰਗੀ, ਮੇਰੀ ਤਾਂ ਪਹਿਲੇ ਦਿਨੋਂ ਇਹੀ ਲੜਾਈ ਹੈ ਤੇ ਮੈਨੂੰ ਬਾਕੀਆਂ ਦੇ, ਤੁਹਾਡੇ ਸਾਰਿਆਂ ਦੇ ਸਾਥ ਦੀ ਉਹਦੇ ਵਿੱਚ ਬਹੁਤ ਜ਼ਰੂਰਤ ਰਹੇਗੀ। ਸੋ ਸ਼ੁਕਰੀਆ ਦਾਮਨ ਜੀ, ਥੈਂਕ ਯੂ ਸੋ ਮਚ। ਤੁਹਾਡੇ ਡਿਸੀਜਨ ਦਾ ਇੰਤਜ਼ਾਰ ਰਹੇਗਾ ਹੁਣ। ਥੈਂਕ ਯੂ ਮੈਮ, ਥੈਂਕ ਯੂ ਸੋ ਮਚ। ਸੋ ਸਾਡੇ ਨਾਲ ਦਾਮਨ ਬਾਜਵਾ, ਇੱਕ ਪਟਾਕਾ ਜਿਹੜਾ ਹੈ ਉਹ ਪਾਰਟੀ ਨੇ ਪਾਇਆ, ਹੁਣ ਅਗਲਾ ਪਟਾਕਾ ਜਿਹੜਾ ਹੈ ਉਹ ਦਾਮਨ ਜੀ ਵੱਲੋਂ ਬਹੁਤ ਛੇਤੀ ਪੈ ਸਕਦਾ ਹੈ। ਅਸੀਂ ਨਹੀਂ ਕਹਿ ਰਹੇ ਕਿ ਡਿਸੀਜਨ ਕੀ ਹੋਏਗਾ, ਨਾ ਉਹਨਾਂ ਨੇ ਡਿਸਕਲੋਜ਼ ਕੀਤਾ, ਪਰ ਆਉਣ ਵਾਲੇ ਵਕਤ ਦੇ ਵਿੱਚ ਹੋ ਸਕਦਾ ਹੈ ਕਿ ਤੁਹਾਨੂੰ ਇਸ ਤੋਂ ਵੀ ਜ਼ਿਆਦਾ ਕੋਈ ਵੱਡੀ ਖਬਰ ਮਿਲੇ। ਸੋ ਵੇਖਦੇ ਰਹੋ ਬਾਈ ਦਾ ਅਖਾੜਾ, ਧਿਆਨ ਰੱਖੋ ਆਪਣਾ। ਸਤਿ ਸ਼੍ਰੀ ਅਕਾਲ।